ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ, ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ PSTET, CTET, ਮਾਸਟਰ ਕੇਡਰ ਅਤੇ PSTET ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਉਮੀਦ ਕਰਦਾ ਹਾਂ ਕਿ ਇਸ ਚੈਨਲ 'ਤੇ ਪਾਈਆਂ ਜਾਣ ਵਾਲੀਆਂ ਵੀਡੀਓ ਸਾਰਿਆਂ ਲਈ ਹੈਲਪਫੁਲ ਰਹਿੰਦੀਆਂ ਹੋਣਗੀਆਂ। ਸੋ ਸਾਰਿਆਂ ਨੂੰ ਹੀ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਦਾ ਹੋਊਗਾ। ਸੋ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਔਰ ਸ਼ੇਅਰ ਕਰਨਾ ਨਾ ਭੁੱਲਿਆ ਕਰੋ। ਸੋ ਇਸ ਤੋਂ ਪਹਿਲਾਂ ਦੋ ਵੀਡੀਓਜ਼ ਜਿਹੜੀਆਂ ਅਪਲੋਡ ਕਰ ਚੁੱਕੇ ਹਾਂ ਸੋ ਅੱਜ ਦੇ ਦਿਨ ਦੇ ਵਿੱਚ, ਜੋ ਕਿ ਹਿਸਟਰੀ ਅਤੇ ਸਵਿਕਸ ਦੀਆਂ ਸੀ। ਸੋ 50-50 ਜਿਹੜੇ MCQ ਉਹਨਾਂ ਦੇ ਵਿੱਚ ਆਪਾਂ ਡਿਸਕਸ ਕਰ ਚੁੱਕੇ ਹੈਗੇ ਆਂਗੇ। ਠੀਕ ਹੈ, ਸੋ ਤਕਰੀਬਨ ਆਪਾਂ ਜਦੋਂ ਤੱਕ ਪੇਪਰ ਹੋਊਗਾ ਤਾਂ ਉਦੋਂ ਤੱਕ ਆਪਾਂ ਤਕਰੀਬਨ ਦੋਨਾਂ ਹੀ ਸਬਜੈਕਟਾਂ ਦਾ ਯਾਨੀ ਕਿ ਤਿੰਨ ਹੀ ਸਬਜੈਕਟਾਂ ਦਾ ਆਪਾਂ ਮੋਸਟਲੀ 1500 ਕੁਐਸਚਨ ਆਪਾਂ ਡਿਸਕਸ ਕਰ ਲਵਾਂਗੇ। ਸੋ ਇਹਨਾਂ ਆਪਾਂ ਹਰ ਹਾਲਤ ਦੇ ਵਿੱਚ ਕਵਰ ਕਰਾਂਗੇ, ਸੋ ਚਾਹੇ ਕੁਝ ਵੀ ਹੋ ਜਾਵੇ। ਓਕੇ, ਸੋ ਇਸ ਤੋਂ ਇਲਾਵਾ ਸਾਈਕੋ ਦੇ ਵੀ ਜਿਹੜੇ ਆਪਾਂ 1000 ਕੁਐਸਚਨ ਜਿਹੜਾ ਹੈ ਉਹ ਡਿਸਕਸ ਕਰ ਲਵਾਂਗੇ। ਸੋ ਅੱਜ ਪੋਸੀਬਲ ਹੋ ਸਕਿਆ ਤਾਂ ਅੱਜ ਅਪਲੋਡ ਕਰ ਦੇਵਾਂਗਾ, ਤਾਂ ਨਹੀਂ ਤਾਂ ਕੱਲ੍ਹ ਜਿਹੜੀਆਂ ਨੇ 3 ਵੀਡੀਓਜ਼ ਤੁਹਾਨੂੰ ਸਾਈਕੋ ਦੀਆਂ ਯਾਨੀ ਕਿ ਇੱਕੋ ਕਲਾਸ ਦੇ ਵਿੱਚ ਅਟੈਚ ਮਿਲ ਜਾਣਗੀਆਂ। ਯਾਨੀ ਕਿ ਟੋਟਲ ਅਸੀਂ 100 ਜਾਂ 50 ਕੁਐਸਚਨ ਇਕੱਠੇ ਜਿਹੜੇ ਅਟੈਚ ਕਰ ਦੇਵਾਂਗੇ। ਓਕੇ, ਸੋ ਅੱਜ ਦਾ ਸੈਸ਼ਨ ਜਿਹੜਾ ਹੈ ਜਿਓਗ੍ਰਾਫੀ ਦਾ ਹੈ, ਜੋ ਕਿ ਪਹਿਲੀ ਕਲਾਸ ਹੈ। ਸੋ 50 MCQ ਆਪਾਂ ਡਿਸਕਸ ਕਰਾਂਗੇ, ਵਨ ਲਾਈਨਰ ਰਹਿਣਗੇ। ਸੋ ਕਾਫੀ ਇੰਪੋਰਟੈਂਟ ਹੈ। ਸੋ ਇਹਦੇ ਵਿੱਚੋਂ ਤੁਹਾਡੇ ਜਿਹੜੇ 3 ਜਾਂ 4 ਨੰਬਰ ਉਹ ਬਿਲਕੁਲ ਪੱਕੇ ਹੋ ਜਾਣਗੇ, ਕਿਉਂਕਿ ਇਹਦੇ ਵਿੱਚੋਂ ਹੀ ਜਿਹੜੇ ਅਕਸਰ ਕੁਐਸਚਨ ਆਉਂਦੇ ਰਹਿੰਦੇ ਹੈਗੇ ਨੇ। ਸੋ ਇਸ ਲਈ ਇਸ ਨੂੰ ਧਿਆਨ ਦੇ ਨਾਲ ਜਿਹੜਾ ਨੋਟ ਕਰਨਾ ਹੈ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ। ਅੱਜ ਦਾ ਫਸਟ ਕੁਐਸਚਨ ਰਹੇਗਾ ਜੀ ਅੱਜ ਦਾ, ਤਾਰਿਆਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ? ਸੋ ਜਿਹੜੇ ਯੂਨੀਵਰਸ ਦੇ ਵਿੱਚ ਅਸੀਂ ਗੱਲ ਕਰਦੇ ਹਾਂ, ਜੋ ਵੀ ਸਟਾਰ ਦੇਖਣ ਨੂੰ ਮਿਲਦੇ ਨੇ ਉਸ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ? ਹਾਲਾਂਕਿ ਸਧਾਰਨ ਟਾਈਪ ਦੇ ਜਿਹੜੇ ਇਹ ਕੁਐਸਚਨ ਨੇ, ਬਟ ਇਹਨਾਂ ਦੇ ਵਿੱਚ ਜਿਹੜਾ ਹੈ 2 ਜਾਂ 3 ਕੁਐਸਚਨ ਜਿਹੜੇ ਉਹ 100% ਨੇ ਕਿ BSTET ਦੇ ਵਿੱਚ ਆ ਜਾਣਗੇ, ਸਿਰਫ ਇਸ ਕਲਾਸ ਦੇ ਵਿੱਚੋਂ ਹੀ। ਓਕੇ, ਤਾਂ ਤਾਰਿਆਂ ਦੇ ਜਿਹੜੇ ਸਮੂਹ ਨੇ ਉਸ ਨੂੰ ਕਿਹਾ ਜਾਂਦਾ ਹੈ ਤਾਰਾ ਮੰਡਲ। ਅਗਰ ਅਸੀਂ ਸਾਡੇ ਯੂਨੀਵਰਸ ਦੀ ਗੱਲ ਕਰੀਏ ਤਾਂ ਯੂਨੀਵਰਸ ਜਿਹੜਾ ਹੈ ਸਾਡਾ ਹੋਂਦ ਦੇ ਵਿੱਚ ਆਇਆ ਸੀਗਾ 13.7 ਬਿਲੀਅਨ ਸਾਲ ਪਹਿਲਾਂ ਹੋਂਦ ਦੇ ਵਿੱਚ ਆਇਆ ਸੀਗਾ ਯੂਨੀਵਰਸ ਸਾਡਾ। ਠੀਕ ਹੈ, ਸੋ ਇਸ ਦੇ ਨਾਲ ਸੰਬੰਧਿਤ ਸਿਧਾਂਤ ਹੈ ਬਿਗ ਬੈਂਗ ਥਿਊਰੀ, ਜਿਹੜੀ ਕਿ ਕਾਫੀ ਫੇਮਸ ਹੈ ਯੂਨੀਵਰਸ ਦੀ ਹੋਂਦ ਨੂੰ ਲੈ ਕੇ। ਬਿਗ ਬੈਂਗ ਥਿਊਰੀ, ਜਿਸ ਤੋਂ ਸਾਡਾ ਜਿਹੜਾ ਯੂਨੀਵਰਸ ਹੈ ਉਹ ਹੋਂਦ ਦੇ ਵਿੱਚ ਆਇਆ ਸੀ ਅੱਜ ਤੋਂ 13.7 ਬਿਲੀਅਨ ਸਾਲ ਪਹਿਲਾਂ। ਨੈਕਸਟ ਕੁਐਸਚਨ ਹੈ, ਸੂਰਜੀ ਪਰਿਵਾਰ ਦੇ ਵਿੱਚ ਕੁੱਲ ਕਿੰਨੇ ਗ੍ਰਹਿ ਨੇ? ਸੋ ਸੂਰਜ ਪਰਿਵਾਰ ਦੇ ਵਿੱਚ ਵਰਤਮਾਨ ਸਮੇਂ ਜਿਹੜਾ 8 ਗ੍ਰਹਿ ਨੇ। ਸੋ ਪਹਿਲਾਂ ਇਹ ਗ੍ਰਹਿ ਜਿਹੜੇ ਆ 9 ਸੀਗੇ, ਬਟ 2006 ਦੇ ਵਿੱਚ ਇਸ ਦੇ ਵਿੱਚੋਂ ਇੱਕ ਗ੍ਰਹਿ ਜਿਹੜਾ ਹੈ ਉਹ ਕੱਢ ਦਿੱਤਾ ਗਿਆ ਸੀ, ਜਿਸ ਦਾ ਨਾਮ ਸੀ ਪਲੂਟੋ। ਓਕੇ, ਇਸ ਗ੍ਰਹਿ ਨੂੰ ਜਿਹੜਾ ਹੈ ਇਸ ਦੇ ਵਿੱਚੋਂ ਰਿਮੂਵ ਕਰ ਦਿੱਤਾ ਸੀ, ਕਿਉਂਕਿ ਇਹ ਗ੍ਰਹਿ ਦੀ ਜਿਹੜੀ ਕਰੈਕਟਰਿਸਟਿਕ ਸੀ ਉਹਦੇ ਵਿੱਚ ਨਹੀਂ ਹੁੰਦਾ ਸੀ। ਇਹ ਸਾਰਾ ਦਾ ਸਾਰਾ ਗੈਸਾਂ ਤੋਂ ਬਣਿਆ ਹੋਇਆ ਜਿਹੜਾ ਪਾਇਆ ਗਿਆ ਸੀ, ਜਿਹਦੇ ਕਾਰਨ ਕਰਕੇ 9ਵੇਂ ਗ੍ਰਹਿ ਪਲੂਟੋ ਨੂੰ ਜਿਹੜਾ ਹੈ ਇਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਓਕੇ, ਸੋ ਇੱਕ ਚੀਜ਼ ਹੋਰ ਯਾਦ ਰੱਖਣਾ ਗ੍ਰਹਿਆਂ ਦੇ ਨਾਲ ਸੰਬੰਧਿਤ, ਕਿ ਟੋਟਲ ਜਿਹੜੇ 8 ਗ੍ਰਹਿ ਨੇ, ਇਹਨਾਂ ਦੇ ਵਿੱਚੋਂ ਪਹਿਲੇ 4 ਜਿਹੜੇ ਗ੍ਰਹਿ ਹੈਗੇ ਨੇਗੇ, ਪਹਿਲੇ 4, ਸੋ ਇਹਨਾਂ ਨੂੰ ਜਿਹੜਾ ਹੈ ਇਨਰ ਪਲੈਨਟ ਦੇ ਵਿੱਚ ਰੱਖਿਆ ਜਾਂਦਾ ਹੈ, ਅਤੇ ਅਗਲੇ ਜਿਹੜੇ 4 ਹੈਗੇ ਨੇ ਇਹਨਾਂ ਨੂੰ ਆਊਟਰ ਪਲੈਨਟ ਦੇ ਵਿੱਚ ਰੱਖਿਆ ਜਾਂਦਾ, ਕਿ ਯਾਨੀ ਕਿ ਬਾਹਰੀ ਗ੍ਰਹਿ। ਠੀਕ ਹੈ, ਸੋ ਪਹਿਲੇ ਗ੍ਰਹਿ ਜਿਹੜੇ 4 ਨੇ ਇਹ ਮਾਦੇ ਤੋਂ ਬਣੇ ਹੋਏ ਨੇਗੇ, ਅਤੇ ਅਗਲੇ ਜਿਹੜੇ 4 ਹੈਗੇ ਨੇ, ਜਿਹੜੇ ਕਿ ਪੰਜਵੇਂ ਜੁਪੀਟਰ ਤੋਂ ਸ਼ੁਰੂ ਹੁੰਦੇ ਹੈਗੇ ਨੇ, ਉਹ ਸਾਰੇ ਗੈਸਾਂ ਤੋਂ ਬਣੇ ਹੋਏ ਨੇ। ਇਸ ਕਰਕੇ ਇਹਨਾਂ ਨੂੰ 2 ਭਾਗਾਂ ਦੇ ਵਿੱਚ ਜਿਹੜਾ ਰੱਖਿਆ ਗਿਆ ਹੈਗਾ ਗਾ। ਨੈਕਸਟ ਹੈ, ਧਰਤੀ ਆਪਣੀ ਧੁਰੀ ਦੇ ਦੁਆਲੇ ਕਿਹੜੀ ਦਿਸ਼ਾ ਦੇ ਵਿੱਚ ਘੁੰਮਦੀ ਹੈ? ਓਕੇ, ਵੈਰੀ ਵੈਰੀ ਇੰਪੋਰਟੈਂਟ ਹੈ। ਸੋ ਧਰਤੀ ਜਿਹੜੀ ਹੈ ਆਪਣੀ ਧੁਰੀ ਦੇ ਦੁਆਲੇ ਘੁੰਮਦੀ ਹੈ ਪੱਛਮ ਤੋਂ ਪੂਰਬ ਦੇ ਵੱਲ। ਪੱਛਮ ਤੋਂ ਪੂਰਬ ਦੇ ਵੱਲ ਜਿਹੜੀ ਹੈ ਮੂਵਮੈਂਟ ਕਰਦੀ ਹੈਗੀ ਹੈ। ਨੈਕਸਟ ਹੈ, ਕਿਹੜੀ ਕਲਪਿਤ ਰੇਖਾ ਧਰਤੀ ਨੂੰ 2 ਬਰਾਬਰ ਭਾਗਾਂ ਦੇ ਵਿੱਚ ਵੰਡਦੀ ਹੈ? ਸੋ ਧਰਤੀ ਨੂੰ 2 ਬਰਾਬਰ ਭਾਗਾਂ ਦੇ ਵਿੱਚ ਵੰਡਣ ਵਾਲੀ ਰੇਖਾ ਹੈ ਭੂ ਮੱਧ ਰੇਖਾ, ਜਿਹਨੂੰ ਅਸੀਂ ਇਕੁਏਟਰ ਕਹਿੰਦੇ ਹਾਂ। ਇਹ ਸਾਡੀ ਧਰਤੀ ਨੂੰ 2 ਭਾਗਾਂ ਦੇ ਵਿੱਚੋਂ ਡਿਵਾਈਡ ਕਰਦੀ ਹੈ, ਅਤੇ ਇਕੁਏਟਰ ਜਿਹੜੀ ਹੈ ਉਹ 0 ਡਿਗਰੀ ਦੇ ਉੱਪਰ ਸਥਿਤ ਹੈ, 0 ਡਿਗਰੀ ਲੈਟੀਟਿਊਡ। ਓਕੇ, ਯਾਨੀ ਕਿ ਪੰਜਾਬੀ 'ਚ ਅਕਾਂਸ਼ਸ਼ ਕਹਿੰਦਾ ਇਸ ਦੇ ਉੱਪਰ ਸਥਿਤ ਹੈ। ਜਿਹੜਾ ਉੱਤਰੀ ਭਾਗ ਹੈ ਇਸ ਨੂੰ ਨਦਰਨ ਹੈਮਿਸਫੀਅਰ ਜਾਂ ਉੱਤਰੀ ਗੋਲਾਰਧ ਕਿਹਾ ਜਾਂਦਾ ਹੈ, ਅਤੇ ਜਿਹੜਾ ਸਾਊਥ ਦੇ ਵਿੱਚ ਹੈ ਇਸ ਨੂੰ ਸਦਰਨ ਹੈਮਿਸਫੀਅਰ ਜਾਂ ਦੱਖਣੀ ਗੋਲਾਰਧ ਕਿਹਾ ਜਾਂਦਾ ਹੈ। ਇਹ 2 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਭੂ ਮੱਧ ਰੇਖਾ ਦੇ ਦੁਆਰਾ, ਇਕੁਏਟਰ ਦੇ ਦੁਆਰਾ। ਓਕੇ, ਇਕੁਏਟਰ ਹੀ ਹੈ ਜਿੱਥੇ ਕਿ ਸੂਰਜ ਦੀਆਂ ਕਿਰਨਾਂ ਸਾਰਾ ਸਾਲ ਸਿੱਧੀਆਂ ਪੈਂਦੀਆਂ ਹੈਗੀਆਂ ਨੇ, ਅਤੇ ਸਭ ਤੋਂ ਵੱਧ ਗਰਮ ਖੇਤਰ ਵੀ ਇਹੀ ਹੁੰਦਾ ਹੈ, ਅਤੇ ਹਰ ਰੋਜ਼
2 ਵਜੇ ਤੋਂ ਬਾਅਦ ਜਿਹੜਾ ਹੈ ਇੱਥੇ ਵਰਖਾ ਵੀ ਹੁੰਦੀ ਹੈਗੀ ਜੋ ਕਿ ਭੂ-ਮੱਧ ਰੇਖਾ ਦੇ ਵਿੱਚ ਹੈ, ਠੀਕ ਹੈ। ਅਤੇ ਭੂ-ਮੱਧ ਰੇਖਾ ਜਿਹੜੀ ਹੈ ਉਹ ਐਮਾਜ਼ੋਨ ਦੇ ਜੰਗਲਾਂ ਦੇ ਵਿੱਚੋਂ ਗੁਜ਼ਰਦੀ ਹੈਗੀ ਆ, ਸੋ ਉੱਥੋਂ ਦੀ ਇਹ ਪਾਸ ਹੁੰਦੀ ਹੈਗੀ ਆ। ਨੈਕਸਟ ਹੈ, ਜਦੋਂ ਧਰਤੀ ਸੂਰਜ ਤੇ ਚੰਨ ਦੇ ਵਿਚਕਾਰ ਆ ਜਾਂਦੀ ਹੈ ਤਾਂ ਉਸ ਵੇਲੇ ਕਿਹੜਾ ਗ੍ਰਹਿਣ ਲੱਗਦਾ ਹੈ? ਸੋ ਇਹ ਬਹੁਤ ਬਹੁਤ ਇੰਪੋਰਟੈਂਟ ਕੁਐਸਚਨ ਹੈ, ਕਿਉਂਕਿ ਹਰ ਵਾਰ ਜਿਹੜਾ ਹੈ, ਚਾਹੇ ਉਹ ਸੀ ਟੈਟ ਹੋਵੇ ਚਾਹੇ ਪੀ ਐਸ ਟੈਟ ਹੋਵੇ, ਉਹਦੇ ਵਿੱਚ ਕਿਸੇ ਨਾ ਕਿਸੇ ਟਾਈਪ ਦਾ ਗ੍ਰਹਿਣ ਨੂੰ ਲੈ ਕੇ ਕੁਐਸਚਨ 100% ਹੁੰਦਾ ਹੈ। ਓਕੇ, ਸੋ ਇਸ ਚੀਜ਼ ਨੂੰ ਸਮਝ ਲੈਣਾ। ਜਦੋਂ ਪੁੱਛਿਆ ਗਿਆ ਹੈ ਧਰਤੀ ਸੂਰਜ ਤੇ ਚੰਨ ਦੇ ਵਿਚਕਾਰ ਆ ਜਾਂਦੀ ਹੈ ਤਾਂ ਉਸ ਵੇਲੇ ਕਿਹੜਾ ਗ੍ਰਹਿਣ ਲੱਗਦਾ ਹੈ? ਸੋ ਰਾਈਟ ਇਸ ਦਾ ਆਨਸਰ ਚੰਨ ਗ੍ਰਹਿਣ। ਓਕੇ, ਧਿਆਨ ਰੱਖਣਾ ਕਿ ਜੇਕਰ ਇਹ ਸਨ ਹੈ ਜਿਵੇਂ ਸਾਡਾ, ਠੀਕ ਹੈ, ਔਰ ਇਸ ਸਾਈਡ ਦੇ ਵਿੱਚ ਸਾਨੂੰ ਕਿਹਾ ਗਿਆ ਹੈ ਕਿ ਇਹ ਸਾਡਾ ਮੂਨ ਆ ਜਾਂਦਾ ਹੈ। ਓਕੇ, ਐਂਡ ਸੈਂਟਰ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈ ਕਿ ਅਰਥ ਹੈਗੀ। ਓਕੇ, ਤਾਂ ਇਸ ਤਰੀਕੇ ਨਾਲ ਦੇਖਿਆ ਹੈ ਕਿ ਜਿਹੜਾ ਸੂਰਜ ਦਾ ਪ੍ਰਕਾਸ਼ ਹੈ ਉਹ ਅਰਥ ਦੇ ਉੱਪਰ ਪਿਆ ਹੈ ਅਤੇ ਰਿਫਲੈਕਟ ਹੋਣ ਦੀ ਬਜਾਏ ਉਹ ਰੁਕ ਗਿਆ ਹੈ, ਚੰਦ ਦੇ ਉੱਪਰ ਨਹੀਂ ਪੈ ਰਿਹਾ, ਜਿਹਦੇ ਕਾਰਨ ਕਰਕੇ ਚੰਦ ਜਿਹੜਾ ਹੈ ਉਹ ਅੱਧਾ ਲੁਕ ਜਾਂਦਾ ਹੈ ਜਾਂ ਕਈ ਵਾਰ ਥੋੜ੍ਹਾ ਜਿਹਾ ਪ੍ਰਕਾਸ਼ ਪੈਣ ਦੇ ਨਾਲ ਰੈੱਡ ਕਲਰ ਦਾ ਦਿਖਾਈ ਦੇਣ ਲੱਗ ਜਾਂਦਾ ਹੈ, ਜਿਹਦੇ ਕਾਰਨ ਕਰਕੇ ਉਸਨੂੰ ਗ੍ਰਹਿਣ ਜਿਹੜਾ ਕਿਹਾ ਜਾਂਦਾ ਹੈ। ਠੀਕ ਹੈ, ਸੋ ਇਸ ਕਾਰਨ ਕਰਕੇ ਜਦੋਂ ਜਿਹੜੀ ਧਰਤੀ ਹੈ ਚੰਦ ਸੂਰਜ ਤੇ ਚੰਦ ਦੇ ਵਿਚਕਾਰ ਹੋਵੇਗੀ ਤਾਂ ਉਦੋਂ ਚੰਦ ਗ੍ਰਹਿਣ ਲੱਗੇਗਾ, ਔਰ ਜਦੋਂ ਸੂਰਜ ਦੇ ਅਤੇ, ਠੀਕ ਹੈ, ਸੂਰਜ ਇਸ ਤੋਂ ਬਾਅਦ ਮੂਨ ਅਤੇ ਤੀਸਰੇ ਨੰਬਰ ਦੇ ਉੱਪਰ ਅਰਥ ਆਉਂਦੀ ਹੈ, ਜਾਣੀ ਕਿ ਜਦੋਂ ਚੰਦਰਮਾ ਜਿਹੜਾ ਹੈ ਸੈਂਟਰ ਦੇ ਵਿੱਚ ਹੋਵੇਗਾ ਸੂਰਜ ਤੇ ਧਰਤੀ ਦੇ ਵਿਚਕਾਰ, ਉਦੋਂ ਲੱਗੇਗਾ ਸੂਰਜ ਗ੍ਰਹਿਣ। ਠੀਕ ਹੈ, ਜਾਣੀ ਕਿ ਸੂਰਜ ਨੂੰ ਜਿਹੜਾ ਹੈ ਕੁਛ ਹਿੱਸਾ ਜਿਹੜਾ ਹੈ ਉਹ ਢੱਕ ਲੈਂਦਾ ਹੈ ਪ੍ਰਕਾਸ਼ ਦੇ ਨਾਲ। ਹਾਲਾਂਕਿ ਸੂਰਜ ਸਾਈਜ਼ ਪੱਖੋਂ ਕਾਫੀ ਵੱਡਾ ਹੈ, ਪਰ ਉਹਦਾ ਜਿਹੜਾ ਏਰੀਆ ਹੈ, ਜਦੋਂ ਅਸੀਂ ਕਿਸੇ ਚੀਜ਼ ਨੂੰ ਦੂਰੋਂ ਦੇਖਦੇ ਹਾਂ ਤਾਂ ਉਹ ਕਾਫੀ ਏਰੀਆ ਉਸਦਾ ਕਵਰ ਕਰ ਲੈਂਦਾ ਹੈ, ਜਿਹਦੇ ਕਾਰਨ ਕਰਕੇ ਸਾਨੂੰ ਸੂਰਜ ਗ੍ਰਹਿਣ ਨਜ਼ਰ ਆਉਂਦਾ ਹੈ ਜਦੋਂ ਜਿਹੜਾ ਹੈ ਮੂਨ ਜਿਹੜਾ ਹੈ, ਚੰਦਰਮਾ ਜਿਹੜਾ ਹੈ ਉਹ ਵਿਚਕਾਰ ਆ ਜਾਂਦਾ ਹੈਗਾ। ਨੈਕਸਟ ਹੈ 6 ਨੰਬਰ, ਸੂਰਜ ਦੇ ਸਭ ਤੋਂ ਨੇੜਲੇ ਗ੍ਰਹਿ ਕਿਹੜਾ ਹੈ? ਸੋ ਸਭ ਤੋਂ ਨੇੜਲਾ ਗ੍ਰਹਿ ਜਿਹੜਾ ਹੈ ਉਹ ਬੁੱਧ ਗ੍ਰਹਿ ਹੈ। ਠੀਕ ਹੈ, ਸਭ ਤੋਂ ਨੇੜਲਾ ਗ੍ਰਹਿ ਵੀ ਹੈ ਅਤੇ ਸਭ ਤੋਂ ਛੋਟਾ ਗ੍ਰਹਿ ਵੀ ਹੈਗਾ। ਓਕੇ, ਔਰ ਸਭ ਤੋਂ ਅਖੀਰ ਦੇ ਵਿੱਚ ਹੈ ਨੈਪਚੂਨ ਹੈਗਾ, ਜਿਸ ਨੂੰ ਕਿ ਹਰੇ ਰੰਗ ਦੇ ਗ੍ਰਹਿ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇੱਥੇ ਮਿਥੇਨ ਗੈਸ ਜਿਹੜੀ ਹੈ ਉਹ ਜ਼ਿਆਦਾ ਪਾਈ ਜਾਂਦੀ ਹੈ। ਸਾਡੀ ਧਰਤੀ ਤੀਸਰਾ ਜਿਹੜਾ ਗ੍ਰਹਿ ਆ ਜਾਂਦਾ ਹੈਗਾ। ਓਕੇ, ਨੈਕਸਟ ਹੈ ਧਰਤੀ ਦੇ ਉਪਗ੍ਰਹਿ ਦਾ ਨਾਮ ਹੈ। ਸੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੁਐਸਚਨ ਹੋਣਗੇ, ਸਿਰਫ ਇੱਥੇ ਹੀ ਨਹੀਂ, ਇਹ ਤੁਹਾਨੂੰ ਇੱਕ ਮੋਟਾ ਜਿਹੜੀ ਨਜ਼ਰ ਪਵਾਈ ਗਈ ਹੈ। ਸੋ ਬਹੁਤ ਸਾਰੇ ਕੁਐਸਚਨ ਆਉਣਗੇ ਜੋ ਸ਼ਾਇਦ ਤੁਸੀਂ ਕਦੇ ਸੁਣੇ ਵੀ ਨਹੀਂ ਹੋਣੇ, ਬਟ ਇੰਪੋਰਟੈਂਟ ਹੋਣਗੇ। ਠੀਕ ਹੈ, ਉਹ ਵੀ ਆਪਾਂ ਲੈ ਕੇ ਆਵਾਂਗੇ, ਬਟ ਇੱਕ ਵਾਰ ਸ਼ੁਰੂਆਤ ਕੀਤੀ ਹੈ ਛੋਟੇ ਜਿਹੇ ਲੈਵਲ ਤੋਂ ਔਰ ਬਹੁਤ ਇੰਪੋਰਟੈਂਟ ਸੈਸ਼ਨ ਤੋਂ। ਤਾਂ ਧਰਤੀ ਦੇ ਉਪਗ੍ਰਹਿ ਦਾ ਨਾਮ ਹੈ ਚੰਦਰਮਾ। ਸਾਰੇ ਹੀ ਜਾਣਦੇ ਹੈਗੇ ਨੇ, ਚੰਦਰਮਾ ਜਿਹੜਾ ਹੈਗਾ ਇਹ ਸਾਡੀ ਧਰਤੀ ਦਾ ਕੁਦਰਤੀ ਉਪਗ੍ਰਹਿ ਹੈ। ਉਪਗ੍ਰਹਿ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਕੁਦਰਤੀ ਹੁੰਦਾ ਹੈ ਅਤੇ ਇੱਕ ਬਨਾਵਟੀ ਹੁੰਦਾ ਹੈ। ਕੁਦਰਤੀ ਸਾਡਾ ਚੰਦਰਮਾ ਹੈ। ਅਗਰ ਅਸੀਂ ਬਨਾਵਟੀ ਦੀ ਗੱਲ ਕਰੀਏ, ਜੋ ਮਨੁੱਖ ਦੇ ਦੁਆਰਾ ਸੈਟਲਾਈਟ ਛੱਡੇ ਜਾਂਦੇ ਨੇ, ਉਪਗ੍ਰਹਿ ਛੱਡੇ ਜਾਂਦੇ ਨੇ, ਉਹਨਾਂ ਨੂੰ ਅਸੀਂ ਬਨਾਵਟੀ ਕਹਿੰਦੇ ਹਾਂ, ਜਿਹਦੇ ਵਿੱਚ ਚੰਦਰਯਾਨ ਹੋ ਗਿਆ, ਆਰੀਆਭੱਟ ਹੋ ਗਿਆ, ਇਸਰੋ ਦੇ ਦੁਆਰਾ ਜਾਂ ਨਾਸਾ ਦੇ ਦੁਆਰਾ ਜਿਹੜੇ ਸੈਟਲਾਈਟ ਛੱਡੇ ਜਾਂਦੇ ਹੈਗੇ ਨੇ। ਇੰਟਰਨੈਸ਼ਨਲ ਸਪੇਸ ਸਟੇਸ਼ਨ ਹੋ ਗਿਆ ਜਿਹੜਾ, ਉਹ ਵੀ ਇੱਕ ਬਨਾਵਟੀ ਉਪਗ੍ਰਹਿ ਹੈ ਜੋ ਕਿ ਮਨੁੱਖ ਦੇ ਦੁਆਰਾ ਬਣਾਇਆ ਗਿਆ ਹੈ। ਨੈਕਸਟ ਹੈ ਸੂਰਜ ਗ੍ਰਹਿ ਅਤੇ ਉਹਨਾਂ ਦੀ ਖਿੱਚ ਸ਼ਕਤੀ ਨੂੰ ਕਹਿੰਦੇ ਹੈਗੇ ਨੇਗੇ। ਸੂਰਜ ਚਾਹੇ ਉਹ ਗ੍ਰਹਿ ਨੇ ਚਾਹੇ ਉਹ ਸਟਾਰ ਨੇ, ਉਹ ਕਿਸੇ ਨਾ ਕਿਸੇ ਸ਼ਕਤੀ ਦੇ ਨਾਲ ਖਿੱਚੇ ਹੋਏ ਨੇਗੇ, ਜਿਹਨੂੰ ਕਿ ਇੱਕ ਖਿੱਚ ਦਾ ਨਾਮ ਦਿੱਤਾ ਗਿਆ ਹੈ। ਔਰ ਇਸ ਨੂੰ ਇਸ ਭਾਸ਼ਾ ਦੇ ਵਿੱਚ ਜਾਂ ਇਸ ਖਿੱਚ ਨੂੰ ਜਿਹੜਾ ਜੀਓਗ੍ਰਾਫੀ ਦੇ ਵਿੱਚ ਕਿਹਾ ਗਿਆ ਹੈਗਾ ਗੁਰਤਾਕਰਸ਼ਣ, ਜਿਹਨੂੰ ਇੰਗਲਿਸ਼ ਦੇ ਵਿੱਚ ਗ੍ਰੈਵਿਟੀ ਕਿਹਾ ਜਾਂਦਾ ਹੈ, ਜਿਸ ਦੀ ਖੋਜ ਨਿਊਟਨ ਨੇ ਕੀਤੀ ਸੀਗੀ। ਨੈਕਸਟ ਹੈ ਧਰਤੀ ਨੂੰ ਪੂਰਾ ਵੇਖਣ ਅਤੇ ਪਰਖਣ ਦੇ ਲਈ ਜੋ ਧਰਤੀ ਦਾ ਮਾਡਲ ਜੋ ਬਣਾਇਆ ਗਿਆ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਜਿਸ ਤਰੀਕੇ ਦੀ ਧਰਤੀ ਹੈ ਉਸੇ ਤਰੀਕੇ ਦਾ ਹੂਬਹੂਬ ਜਿਹੜਾ ਮਾਡਲ ਬਣਾਇਆ ਗਿਆ ਹੈ ਉਸ ਨੂੰ ਕਿਹਾ ਜਾਂਦਾ ਹੈ ਗਲੋਬ। ਸੋ ਗਲੋਬ ਜਿਹੜਾ ਹੈ ਬਿਲਕੁਲ ਧਰਤੀ ਦੀ ਸ਼ੇਪ ਵਰਗਾ ਹੈ, ਉਸ ਦੀ ਤਰ੍ਹਾਂ ਹੀ ਉਸ ਨੂੰ ਝੁਕਾਇਆ ਗਿਆ ਹੈ 66 ਡਿਗਰੀ ਦੇ ਉੱਪਰ, ਅਤੇ ਉਸ ਦੇ ਉੱਪਰ ਸਾਰੀਆਂ ਕੰਟਰੀਆਂ ਤੇ ਸਾਰੀਆਂ ਜਿਹੜੀਆਂ ਲੈਟੀਟਿਊਡ ਤੇ ਲੌਂਗੀਟਿਊਡ ਜਿਹੜੀਆਂ ਨੇ ਉਹਨਾਂ ਨੂੰ ਸ਼ੋ ਕੀਤਾ ਗਿਆ ਹੈ। ਸੋ ਇਸੇ ਕਾਰਨ ਕਰਕੇ ਇਸ ਨੂੰ ਧਰਤੀ ਦਾ ਹੂਬਹੂਬ ਜਿਹੜਾ ਕਹਿ ਸਕਦੇ ਹੈਗੇ ਆਂਗੇ ਮਾਡਲ ਕਿਹਾ ਜਾਂਦਾ ਹੈਗਾ। ਨੈਕਸਟ ਹੈ ਧਰਤੀ ਦੇ ਉੱਪਰਲੇ ਅਤੇ ਹੇਠਲੇ ਚਪਟੇ ਹਿੱਸਿਆਂ ਦੇ ਸਿਰਿਆਂ ਨੂੰ ਕੀ ਨਾਮ ਦਿੱਤੇ ਹੋਏ ਨੇਗੇ? ਸੋ ਰਾਈਟ ਹੈ ਉੱਤਰੀ ਅਤੇ ਦੱਖਣੀ ਧਰੁਵ। ਮੈਂ ਗੱਲ ਦੱਸੀ ਸੀ ਕਿ ਜਿਹੜਾ ਇਕਵੀਟਰ ਹੈ ਉਹ ਧਰਤੀ ਦੇ ਸੈਂਟਰ ਦੇ ਵਿੱਚੋਂ ਲੰਘਦੀ ਹੈ 0 ਡਿਗਰੀ ਦੇ ਉੱਪਰ। ਠੀਕ ਹੈ, ਉੱਤਰੀ ਜਿਹੜਾ ਉੱਤਰ ਦੇ ਵਿੱਚ ਭਾਗ ਆ ਜਾਂਦਾ ਹੈ ਉਸ ਨੂੰ ਨਦਨ ਹੈਮੀਸਫੀਅਰ ਜਾਂ ਉੱਤਰੀ ਗੋਲਾਰਧ, ਅਤੇ ਦੱਖਣ ਦੇ ਵਿੱਚ ਜਿਹੜਾ ਹੈ ਉਸ ਨੂੰ ਦੱਖਣੀ ਗੋਲਾਰਧ ਜਾਂ ਸਦਨ ਹੈਮੀਸਫੀਅਰ। ਬਟ ਇਸ ਦੇ 90 ਡਿਗਰੀ ਦੇ ਉੱਪਰ ਸਥਿਤ ਹੈਗੇ ਨੇਗੇ 2 ਪੁਆਇੰਟ, ਸਾਊਥ ਦੇ ਨਾਰਥ ਦੇ ਵਿੱਚ ਵੀ ਹੈ ਅਤੇ ਉਸੇ ਤਰੀਕੇ ਦੇ ਨਾਲ
ਸਾਊਥ ਦੇ ਵਿੱਚ ਵੀ 90 ਡਿਗਰੀ ਦੇ ਉੱਪਰ ਹੈ। ਸੋ ਜਿਹੜਾ 90 ਡਿਗਰੀ ਉੱਤਰ ਦੇ ਵਿੱਚ ਹੈ ਉਸ ਨੂੰ ਕਿਹਾ ਜਾਂਦਾ ਹੈ ਉੱਤਰੀ ਧਰੁਵ, ਅਤੇ ਜਿਹੜਾ 90 ਡਿਗਰੀ ਸਾਊਥ ਦੇ ਵਿੱਚ ਸਥਿਤ ਹੈ ਉਸ ਨੂੰ ਕਿਹਾ ਜਾਂਦਾ ਹੈ ਦੱਖਣੀ ਧਰੁਵ। ਠੀਕ ਹੈ, ਯਾਨੀ ਕਿ ਨਾਰਥ ਪੋਲ ਤੇ ਸਾਊਥ ਪੋਲ ਜਿਹੜਾ ਕਿਹਾ ਜਾਂਦਾ ਹੈ। ਨੈਕਸਟ ਹੈ 11 ਨੰਬਰ, ਧਰਤ ਗੋਲੇ ਦੇ ਅੱਧੇ ਭਾਗ ਨੂੰ ਕੀ ਆਖਦੇ ਹੈਗੇ ਨੇ? ਧਰਤੀ ਦੇ ਗੋਲੇ ਦੇ ਅੱਧੇ ਭਾਗ ਨੂੰ, ਸੇ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ। ਸੋ ਧਰਤੀ ਦੋ ਭਾਗਾਂ ਦੇ ਵਿੱਚ ਵੰਡੀ ਹੋਈ ਹੈ, ਉੱਤਲੀ ਭਾਗਲੇ ਨੂੰ ਅਰਧ ਗੋਲਾ ਜਿਹੜਾ ਹੈ ਉਹ ਕਿਹਾ ਜਾਂਦਾ ਹੈ, ਉੱਤਰੀ ਅਰਧ ਗੋਲਾ ਤੇ ਦੱਖਣੀ ਅਰਧ ਗੋਲਾ। ਨੈਕਸਟ ਹੈ 0 ਡਿਗਰੀ ਲੰਬਕਾਰ ਯਾਨੀ ਕਿ ਲੈਟੀਟਿਊਡ ਦਾ ਨਾਮ ਕੀ ਹੈ? ਸੋ 0 ਡਿਗਰੀ ਲੰਬਕਾਰ ਪੁੱਛਿਆ ਗਿਆ ਹੈ ਇੱਥੇ। ਠੀਕ ਹੈ, ਸੋ ਲੰਬਕਾਰ ਦੇ ਅਕੋਰਡਿੰਗ ਜਿਹੜਾ ਹੈ ਇਕੁਏਟਰ ਬਣਦੀ ਹੈਗੀ। ਠੀਕ ਹੈ, ਬਟ ਅਗਰ ਦੇਸ਼ਾਂਤਰ ਹੁੰਦਾ ਹੈ ਤਾਂ ਇਹਦੇ ਅਕੋਰਡਿੰਗ ਜਿਹੜਾ ਹੈ ਮੁੱਖ ਮੱਧਮਾਨ ਰੇਖਾ ਬਣਨੀ ਸੀ। ਸੋ ਇਹਦੇ ਵਿੱਚ ਥੋੜ੍ਹੇ ਜਿਹਾ ਨਾ ਕਨਫਿਊਜ਼ਨ ਹੋ ਗਿਆ। ਸੋ ਵੈਸੇ ਦਾ ਰਾਈਟ ਆਨਸਰ ਜੇਕਰ 0 ਲੰਬਕਾਰ ਹੈਗੀ ਆ ਤਾਂ ਇਹਦੇ ਅਕੋਰਡਿੰਗ ਜਿਹੜਾ ਹੈ ਇਕੁਏਟਰ ਬਣੇਗੀ, ਭੂ ਮੱਧ ਰੇਖਾ ਬਣੇਗੀ। ਅਗਰ ਪੁੱਛਿਆ ਜਾਂਦਾ ਹੈ ਦੇਸ਼ਾਂਤਰ ਦਾ ਮਤਲਬ ਹੈ ਲੌਂਗੀਟਿਊਡ। ਓਕੇ, ਦੇਸ਼ਾਂਤਰ ਦੇ ਅਕੋਰਡਿੰਗ ਮੁੱਖ ਮੱਧਮਾਨ ਬਣੇਗਾ ਜਿਹੜੀ ਕਿ 0 ਡਿਗਰੀ ਦੇ ਉੱਪਰ ਹੈ। ਅਗਰ ਇੱਥੇ ਪੁੱਛਿਆ ਗਿਆ ਹੈ ਲੰਬਕਾਰ ਤਾਂ ਲੰਬਕਾਰ ਦੇ ਅਕੋਰਡਿੰਗ ਜਿਹੜਾ ਹੈ ਇੱਥੇ ਇਕੁਏਟਰ ਬਣਦੀ ਹੈ, ਭੂ ਮੱਧ ਰੇਖਾ ਬਣਦੀ ਹੈਗੀ। ਓਕੇ, ਇੰਗਲਿਸ਼ ਦੇ ਵਿੱਚ ਆਪਾਂ ਲੈਟੀਟਿਊਡ ਕਹਿੰਦੇ ਹੈਗੇ ਆ ਜੋ ਕਿ 0 ਡਿਗਰੀ ਦੇ ਉੱਪਰ ਹੈ, ਇੱਥੇ ਇਕੁਏਟਰ ਹੈਗੀ ਆ। ਔਰ ਜਿਹੜਾ ਨਾਰਥ ਤੋਂ ਸਾਊਥ ਦੇ ਵਿੱਚ ਰੇਖਾ ਹੁੰਦੀ ਹੈਗੀ ਆ ਗਲੋਬ ਦੇ ਉੱਪਰ, ਉਸ ਨੂੰ ਕਿਹਾ ਜਾਂਦਾ ਹੈ ਲੌਂਗੀਟਿਊਡ। ਓਕੇ, ਸ਼ਾਇਦ ਇਹਦੇ ਵਿੱਚ ਹੋ ਸਕਦਾ ਹੈ ਪੰਜਾਬੀ ਦੇ ਵਿੱਚ ਇੱਧਰ ਉੱਧਰ ਵੀ ਹੋ ਗਿਆ ਹੋਵੇ। ਸੋ ਇਸ ਨੂੰ ਇੱਕ ਵਾਰੀ ਤੁਸੀਂ ਸਮਝ ਲੈਣਾ। ਓਕੇ, ਨੈਕਸਟ ਹੈ, ਕਿਉਂਕਿ ਆਪਾਂ ਜਿਹੜਾ ਹੈ ਲੈਟੀਟਿਊਡ ਦੀ ਹੀ ਗੱਲ ਕਰਦੇ ਹਾਂ, ਇਸ ਕਰਕੇ ਹੈ ਨਾ ਇਸ ਨੂੰ ਧਿਆਨ ਰੱਖਣਾ। ਸੋ ਲੌਂਗੀਟਿਊਡ ਦੇ ਵਿੱਚ ਜਦੋਂ ਆਪਾਂ ਪੰਜਾਬੀ 'ਚ ਗੱਲ ਕਰਦੇ ਹਾਂ ਤਾਂ ਲੌਂਗੀਟਿਊਡ ਨੂੰ ਜਿਹੜਾ ਹੈ ਦੇਸ਼ਾਂਤਰ ਕਿਹਾ ਜਾਂਦਾ ਹੈ, ਅਤੇ ਲੈਟੀਟਿਊਡ ਜਿਹੜਾ ਹੈ ਉਸ ਨੂੰ ਅਕਾਂਸ਼ਸ਼ ਕਿਹਾ ਜਾਂਦਾ ਹੈਗਾ। ਸੋ ਇਹ ਪੰਜਾਬੀ ਵਰਡ ਦੇ ਵਿੱਚ ਹੋ ਸਕਦਾ ਤੁਹਾਨੂੰ ਥੋੜ੍ਹੀ ਮੋਟੀ ਜਿਹੜੀ ਉਲਝਣ ਪੈ ਸਕਦੀ ਹੈ, ਬਟ ਮੈਂ ਇੱਕ ਵਾਰ ਫਿਰ ਕਲੀਅਰ ਕਰ ਦਿੰਦਾ ਹੈ ਕਿ ਜਿਹੜੀ ਲੈਟੀਟਿਊਡ ਹੈ ਜਿਹੜੀ ਕਿ ਵੈਸਟ ਤੋਂ ਈਸਟ ਦੇ ਵਿੱਚ ਜਾਂਦੀ ਹੈਗੀ, ਵੈਸਟ ਤੋਂ ਈਸਟ ਦੇ ਵਿੱਚ ਖਿੱਚੀ ਜਾਂਦੀ ਹੈਗੀ ਹੈ ਰੇਖਾ ਗਲੋਬ ਦੇ ਉੱਪਰ। ਇਸ ਤਰੀਕੇ ਦੇ ਨਾਲ ਸਾਨੂੰ ਦੇਖਣ ਨੂੰ ਮਿਲਦੀਆਂ ਹੈਗੀਆਂ ਨੇ, ਇਹ ਸਾਰੀਆਂ ਲੈਟੀਟਿਊਡ ਨੇ। ਪੰਜਾਬੀ ਦੇ ਵਿੱਚ ਇਹਨਾਂ ਨੂੰ ਅਕਾਂਸ਼ਸ਼ ਕਿਹਾ ਜਾਂਦਾ ਹੈ। ਓਕੇ, ਔਰ ਅਕਾਂਸ਼ਸ਼ ਦੇ ਵਿੱਚ 0 ਡਿਗਰੀ ਦੇ ਉੱਪਰ ਜਿਹੜੀ ਰੇਖਾ ਹੁੰਦੀ ਹੈ ਉਸ ਨੂੰ ਇਕੁਏਟਰ ਕਿਹਾ ਜਾਂਦਾ ਹੈ, ਭੂ ਮੱਧ ਰੇਖਾ ਕਿਹਾ ਜਾਂਦਾ ਹੈਗਾ। ਓਕੇ, ਇੱਕ ਰੇਖਾਵਾਂ ਗਲੋਬ ਦੇ ਉੱਪਰ ਜਿਹੜੀਆਂ ਹੈਗੀਆਂ ਨੇ ਉਹ ਆਉਂਦੀਆਂ ਨੇ ਨਾਰਥ ਸਾਊਥ ਦੇ ਵਿੱਚ, ਜਿਹਨੂੰ ਇੰਗਲਿਸ਼ ਦੇ ਵਿੱਚ ਲੌਂਗੀਟਿਊਡ ਕਿਹਾ ਜਾਂਦਾ ਹੈ, ਲੌਂਗੀਟਿਊਡ, ਅਤੇ ਪੰਜਾਬੀ ਦੇ ਵਿੱਚ ਦੇਸ਼ਾਂਤਰ ਕਿਹਾ ਜਾਂਦਾ ਹੈ। ਓਕੇ, ਸੋ ਇਹ ਵਰਡ ਦੇ ਵਿੱਚ ਥੋੜ੍ਹਾ ਜਿਹਾ ਕਨਫਿਊਜ਼ਨ, ਇਸ ਕਰਕੇ ਇੰਗਲਿਸ਼ ਨੂੰ ਥੋੜ੍ਹਾ ਜ਼ਿਆਦਾ ਯਾਦ ਰੱਖਣਾ ਇਸ ਦੇ ਵਿੱਚ, ਲੈਟੀਟਿਊਡ ਅਤੇ ਲੌਂਗੀਟਿਊਡ ਨੂੰ, ਕਿਉਂਕਿ ਫਾਈਨਲ ਜਿਹੜਾ ਹੈ ਨਾ ਉਹ ਲੈਟੀਟਿਊਡ ਅਤੇ ਲੌਂਗੀਟਿਊਡ ਤੁਹਾਨੂੰ ਇੰਗਲਿਸ਼ ਦੇ ਵਿੱਚ ਹੀ ਸਮਝ ਆਊਗਾ। ਓਕੇ, ਤਾਂ ਲੌਂਗੀਟਿਊਡ ਦੇਸ਼ਾਂਤਰ ਦੀ ਗੱਲ ਕਰੀਏ ਤਾਂ ਇਹਦੇ ਦੇਸ਼ਾਂਤਰ ਦੇ ਵਿੱਚ ਜਿਹੜੀ 0 ਡਿਗਰੀ ਹੈਗੀ ਉਸ ਨੂੰ ਕਿਹਾ ਜਾਂਦਾ ਹੈ ਮੁੱਖ ਮੱਧਮਾਨ ਰੇਖਾ। ਠੀਕ ਹੈ, ਪ੍ਰਾਈਮ ਮੈਰੀਡੀਅਨ ਜਿਹੜੀ ਲਾਈਨ ਹੈ ਉਹ ਇਸ ਨੂੰ ਕਿਹਾ ਜਾਂਦਾ ਹੈ 0 ਡਿਗਰੀ ਨੂੰ, ਜੋ ਕਿ ਲੌਂਗੀਟਿਊਡ ਦੇ ਉੱਪਰ ਹੈ, ਜਿੱਥੋਂ ਕਿ ਟਾਈਮ ਸੈੱਟ ਕੀਤਾ ਜਾਂਦਾ ਹੈ ਪੂਰੇ ਸੰਸਾਰ ਦਾ 0 ਤੋਂ। ਓਕੇ, ਨੈਕਸਟ ਹੈ 23.5 ਡਿਗਰੀ ਪੁੱਛਿਆ ਗਿਆ ਹੈ। 23.5 ਡਿਗਰੀ ਉੱਤਰ ਦੇ ਵਿੱਚ ਖਿੱਚੀ ਗਈ ਅਕਾਂਸ਼ਸ਼ ਰੇਖਾ ਕਿਹੜੀ ਹੈ? ਸੋ 0 ਡਿਗਰੀ ਤੋਂ ਨਾਰਥ ਦੇ ਵਿੱਚ ਗੱਲ ਕੀਤੀ ਇਹਨਾਂ ਨੇ 23.5 ਦੇ ਉੱਪਰ, ਤਾਂ 23.5 ਦੇ ਉੱਪਰ ਹੈਗੀ ਕਰਕ ਰੇਖਾ, ਜਿਹਨੂੰ ਕਿ ਟ੍ਰੋਪਿਕ ਆਫ ਕੈਂਸਰ ਕਿਹਾ ਜਾਂਦਾ ਹੈਗਾ। ਓਕੇ, ਇਹ ਨਾਰਥ ਦੇ ਵਿੱਚ ਹੈ ਸਾਡੇ ਉੱਤਰੀ ਗੋਲਾਰਧ ਦੇ ਵਿੱਚ, ਅਤੇ ਇਹ ਟ੍ਰੋਪਿਕ ਆਫ ਕੈਂਸਰ ਜਾਂ ਕਰਕ ਰੇਖਾ ਜਿਹੜੀ ਹੈ ਇਹ ਸਾਡੇ ਭਾਰਤ ਦੇ ਵਿੱਚੋਂ ਦੀ ਗੁਜ਼ਰਦੀ ਹੈ, ਅਤੇ ਭਾਰਤ ਦੇ 8 ਰਾਜਾਂ ਦੇ ਵਿੱਚੋਂ ਦੀ ਨਿਕਲਦੀ ਹੈ ਇਹ ਵਾਲੀ ਰੇਖਾ। ਨੈਕਸਟ ਹੈ 23.5 ਡਿਗਰੀ ਦੱਖਣ ਦੇ ਵਿੱਚ ਖਿੱਚੀ ਗਈ ਆਕਾਸ਼ਸ਼ ਰੇਖਾ। ਓਕੇ, ਦੋਨੋਂ ਪੁਆਇੰਟ ਯਾਦ ਰੱਖਣੇ ਨੇ, 0 ਡਿਗਰੀ ਵੀ ਯਾਦ ਰੱਖਣੀ ਹੈ, 23.5 ਡਿਗਰੀ ਉੱਤਰ ਅਤੇ ਦੱਖਣ ਦੋਨਾਂ ਦੇ ਵਿੱਚ ਤੁਹਾਨੂੰ ਉੱਤਰ ਅਤੇ ਦੱਖਣ ਦੇ ਵਿੱਚ ਕਨਫਿਊਜ਼ਨ ਹੋ ਸਕਦੀ ਹੈ, ਇਸ ਲਈ ਇਹਨੂੰ ਥੋੜ੍ਹਾ ਜਿਹਾ ਨਾ ਡੀਪਲੀ ਅਤੇ ਧਿਆਨ ਨਾਲ ਸਮਝਿਓ। 23.5 ਡਿਗਰੀ ਦੱਖਣ ਦੀ ਗੱਲ ਕੀਤੀ ਗਈ ਹੈ, ਸਾਊਥ ਦੀ ਗੱਲ ਕੀਤੀ ਗਈ ਹੈ, ਦੱਖਣੀ ਗੋਲਾਰਧ ਦੀ ਗੱਲ ਕੀਤੀ ਗਈ ਹੈ। ਠੀਕ ਹੈ, ਦੱਖਣੀ ਗੋਲਾਰਧ ਦੀ ਯਾਨੀ ਕਿ ਇਸ ਭਾਗ ਦੀ ਗੱਲ ਕੀਤੀ ਗਈ ਹੈ ਜੋ ਕਿ ਸਾਊਥ ਦੇ ਵਿੱਚ ਆ, ਤਾਂ 23.5 ਦੱਖਣ ਡਿਗਰੀ ਦੇ ਵਿੱਚ ਜਿਹੜਾ ਹੈ ਉਸ ਨੂੰ ਮਕਰ ਰੇਖਾ ਕਹਿੰਦਾ ਹੈ, ਟ੍ਰੋਪਿਕ ਆਫ ਕੈਪਰੀਕੌਨ ਇਸ ਨੂੰ ਕਿਹਾ ਜਾਂਦਾ ਹੈ, ਟ੍ਰੋਪਿਕ ਆਫ ਕੈਪਰੀਕੌਨ। ਓਕੇ, ਦੋਨਾਂ ਦੇ ਵਿੱਚ ਫਰਕ ਹੈ, ਕਰਕ ਰੇਖਾ ਜਿਹੜੀ ਹੈ ਉਹ ਭਾਰਤ ਦੇ ਵਿੱਚ ਹੈ ਨਿਕਲਦੀ ਹੈ, ਅਤੇ ਮਕਰ ਰੇਖਾ ਜਿਹੜੀ ਹੈ ਉਹ ਦੱਖਣ ਦੇ ਵਿੱਚ ਹੈ ਜੋ ਕਿ ਆਸਟ੍ਰੇਲੀਆ ਦੇ ਵਿੱਚੋਂ ਨਹੀਂ ਨਿਕਲਦੀ ਹੈਗੀ ਆ। ਨੈਕਸਟ ਹੈ ਜਿਉਂ-ਜਿਉਂ ਭੂ-ਮੱਧ ਰੇਖਾ ਤੋਂ ਦੂਰ ਜਾਈਏ ਤਾਂ ਤਾਪਮਾਨ ਵੱਧਦਾ ਹੈ ਜਾਂ ਘਟਦਾ ਹੈ? ਸੋ ਇਹਦਾ ਸਿੰਪਲ ਜਿਹਾ ਆਨਸਰ ਹੈ ਕਿ ਜਿਵੇਂ ਜਿਵੇਂ ਅਸੀਂ ਭੂ-ਮੱਧ ਰੇਖਾ ਤੋਂ ਇਕੁਏਟਰ ਤੋਂ ਉੱਪਰ ਵੱਲ ਜਾਵਾਂਗੇ, ਦੂਰ ਜਾਵਾਂਗੇ, ਤਾਂ ਤਾਪਮਾਨ ਜਿਹੜਾ ਹੈ ਉਹ ਘਟਦਾ ਜਾਊਗਾ।
क्यों घटदा जाऊगा? क्योंकि इक्वेटर के उपर सूरज दीयां किरणां बिल्कुल सिद्धियां पैंदियां नेगीਆਂ, इस करके इत्थे गर्मी ਹੁੰਦੀ है। बट जिमें जिमें ਅਸੀਂ ਪੋਲਰ ਵੱਲ ਜਾਵਾਂਗੇ, ਉੱਤਰ ਵੱਲ ਨੂੰ ਜਾਵਾਂਗੇ, ਚਾਹੇ ਸਾਊਥ ਵੱਲ ਨੂੰ ਜਾਵਾਂਗੇ, ਦੱਖਣ ਵੱਲ ਨੂੰ ਜਾਵਾਂਗੇ, ਤਾਂ ਟੈਂਪਰੇਚਰ ਜਿਹੜਾ ਹੈ ਉਹ ਘਟਦਾ ਜਾਊ, ਕਿਉਂਕਿ ਸੂਰਜ ਦੀਆਂ ਕਿਰਨਾਂ ਤਿਰਛੀਆਂ ਹੁੰਦੀਆਂ ਜਾਣਗੀਆਂ। ਓਕੇ, ਸੋ ਇਹਦਾ ਕਾਰਨ ਇਹੀ ਹੈ। ਇਸ ਤੋਂ ਇਲਾਵਾ ਤਾਪਮਾਨ ਘਟਣ ਦਾ ਕਾਰਨ ਇੱਕ ਹੋਰ ਵੀ ਹੈ ਕਿ ਜਦੋਂ ਅਸੀਂ ਮੈਦਾਨੀ ਇਲਾਕੇ ਤੋਂ ਪਹਾੜੀ ਇਲਾਕੇ ਦੇ ਵਿੱਚ ਜਾਂਦੇ ਹਾਂ, ਉਦੋਂ ਵੀ ਟੈਂਪਰੇਚਰ ਘਟ ਜਾਂਦਾ ਹੈ, ਜਿਹਦੇ ਕਾਰਨ ਕਰਕੇ ਸਾਨੂੰ ਉੱਪਰ ਵਾਲੀ ਯਾਨੀ ਕਿ ਮਾਊਂਟੇਨ ਏਰੀਏ ਦੇ ਵਿੱਚ ਟੈਂਪਰੇਚਰ ਠੰਡ ਮਹਿਸੂਸ ਹੁੰਦੀ ਹੈ, ਬਟ ਮੈਦਾਨੀ ਇਲਾਕਿਆਂ ਦੇ ਵਿੱਚ ਉਸ ਸਮੇਂ ਗਰਮੀ ਹੁੰਦੀ ਹੈ। ਤਾਂ ਉਹਦਾ ਵੀ ਇਹੀ ਕਾਰਨ ਹੈ ਕਿ ਜਿਵੇਂ ਜਿਵੇਂ ਅਸੀਂ ਉੱਪਰ ਨੂੰ ਜਾਵਾਂਗੇ, ਆਕਾਸ਼ ਵੱਲ ਨੂੰ ਜਾਵਾਂਗੇ, ਠੀਕ ਹੈ, ਖਾਸ ਤੌਰ 'ਤੇ ਟ੍ਰੋਪੋਸਫੀਅਰ ਦੇ ਵਿੱਚ, ਤਾਂ ਟੈਂਪਰੇਚਰ ਜਿਹੜਾ ਹੈ ਉਹ ਘਟਦਾ ਜਾਂਦਾ ਹੈਗਾ ਗਾ। ਓਕੇ, 165 ਸੈਂਟੀਮੀਟਰ ਦੇ ਵਿੱਚ ਸਾਡਾ ਜਿਹੜਾ ਹੈ 1 ਡਿਗਰੀ ਸੈਲਸੀਅਸ ਜਿਹੜਾ ਹੈ ਟੈਂਪਰੇਚਰ ਉਹ ਘਟ ਜਾਂਦਾ ਹੈ ਟ੍ਰੋਪੋਸਫੀਅਰ ਦੇ ਵਿੱਚ, ਜਿਵੇਂ ਹੀ ਅਸੀਂ ਉੱਪਰ ਨੂੰ ਜਾਵਾਂਗੇ। ਨੈਕਸਟ ਹੈ 16 ਨੰਬਰ, ਕਿਹੜੀਆਂ ਰੇਖਾਵਾਂ ਤਾਪਖੰਡ ਨੂੰ ਜਿਹੜੀਆਂ ਨੇ ਉਹ ਬਣਾਉਣ ਦੇ ਵਿੱਚ ਸਹਾਇਤਾ ਕਰਦੀਆਂ ਨੇ? ਤਾਪਖੰਡ ਟੈਂਪਰੇਚਰ ਜ਼ੋਨ ਬਣਾਉਣ ਦੇ ਵਿੱਚ ਜਿਹੜਾ ਯੋਗਦਾਨ ਪਾਉਂਦੀਆਂ ਨੇ। ਤਾਂ ਟੈਂਪਰੇਚਰ ਬਣਾਉਣ ਦੇ ਵਿੱਚ ਰੇਖਾਵਾਂ ਜਿਹੜੀਆਂ ਭੂਮਿਕਾ ਨਿਭਾਉਂਦੀਆਂ ਨੇ ਉਹ ਆਕਾਸ਼ਸ਼ ਨੇ, ਜਿਹਨੂੰ ਲੈਟੀਟਿਊਡ ਕਿਹਾ ਜਾਂਦਾ ਹੈ। ਠੀਕ ਹੈ, ਸੋ ਲੈਟੀਟਿਊਡ ਹੈ ਕਿਉਂਕਿ ਇਕੁਏਟਰ ਜਿਹੜੀ ਹੈ ਉਹ ਗਰਮੀ ਵਾਲੀ ਹੁੰਦੀ ਹੈ, ਇਸ ਤੋਂ ਉੱਪਰ ਕਰਕ ਰੇਖਾ ਜਾਂਦੀ ਹੈ, ਨੀਚੇ ਮਕਰ ਰੇਖਾ ਜਾਂਦੀ ਹੈ, ਇਹਨਾਂ ਦੇ ਉੱਪਰ ਜ਼ਿਆਦਾ ਜਿਹੜੀ ਗਰਮੀ ਪੈਂਦੀ ਹੈ। ਬਟ ਉੱਪਰਲੀ 66 ਡਿਗਰੀ ਦੇ ਉੱਪਰ, ਠੀਕ ਹੈ, ਜਾਂ 90 ਡਿਗਰੀ ਦੇ ਉੱਪਰ ਇਹਨਾਂ ਦੇ ਵਿੱਚ ਫਰਕ ਪੈ ਜਾਂਦਾ ਹੈ ਟੈਂਪਰੇਚਰ ਦਾ। ਨੈਕਸਟ ਹੈ 17 ਨੰਬਰ, ਮੁੱਖ ਮੱਧਮਾਨ ਰੇਖਾ ਇੰਗਲੈਂਡ ਦੇ ਕਿਹੜੇ ਸ਼ਹਿਰ ਦੇ ਕੋਲੋਂ ਲੰਘਦੀ ਹੈ? ਮੁੱਖ ਮੱਧਮਾਨ, ਠੀਕ ਹੈ, ਇਹ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ, ਪ੍ਰਾਈਮ ਮੈਰੀਡੀਅਨ, ਜਿਹੜੇ ਕਿ ਆਪਾਂ ਨੂੰ ਉਸ ਕੁਐਸਚਨ ਦੇ ਵਿੱਚ ਕਨਫਿਊਜ਼ਨ ਹੋਈ ਸੀ ਨਾਮ ਨੂੰ ਲੈ ਕੇ। ਵੈਸੇ ਰਾਈਟ ਸੀਗਾ ਉਹਦਾ ਆਂਸਰ, ਬਟ ਨਾਮ ਨੂੰ ਲੈ ਕੇ ਥੋੜ੍ਹੀ ਜਿਹੀ ਨਾ ਕਨਫਿਊਜ਼ਨ ਹੋਈ ਸੀ, ਉਹ ਮੈਂ ਕਲੀਅਰ ਕਰ ਦਿੱਤੀ ਹੈ। ਮੁੱਖ ਮੱਧਮਾਨ ਰੇਖਾ ਜਿਹੜੀ ਹੈ ਉਹ ਇੰਗਲੈਂਡ ਦੇ ਸ਼ਹਿਰ ਲੰਡਨ ਦੇ ਕੋਲੋਂ ਲੰਘਦੀ ਹੈ। ਅਤੇ ਅਗਰ ਪੁੱਛ ਲਿਆ ਜਾਂਦਾ ਹੈ ਕਿ ਜਿਹੜੀ ਮੁੱਖ ਮੱਧਮਾਨ ਰੇਖਾ ਹੈ ਉਹ ਐਕਚੁਅਲ ਦੇ ਵਿੱਚ ਕਿੱਥੋਂ ਨਿਕਲਦੀ ਹੈ, ਤਾਂ ਉਹ ਨਿਕਲਦੀ ਹੈਗੀ ਹੈ ਗ੍ਰੀਨ ਵਿੱਚੋਂ ਦੀ। 0 ਡਿਗਰੀ ਪ੍ਰਾਈਮ ਮੈਰੀਡੀਅਨ ਜਿਹੜੀ ਹੈ ਉਹ ਨਿਕਲਦੀ ਹੈ ਗ੍ਰੀਨ ਵਿੱਚੋਂ ਦੀ, ਜੋ ਕਿ ਯੂਰਪ ਦੇ ਵਿੱਚ ਹੀ ਪੈਂਦਾ ਹੈ। ਸੋ ਇਸ ਸਥਾਨ ਤੋਂ ਜਿਹੜਾ ਹੈ ਇਹ ਰੇਖਾ ਨਿਕਲਦੀ ਹੈ ਅਤੇ ਇੱਥੋਂ ਹੀ ਟਾਈਮ ਸੈੱਟ ਕੀਤਾ ਜਾਂਦਾ ਹੈ। ਨੈਕਸਟ ਹੈ ਗ੍ਰੀਨਵਿਚ ਦੇ ਧਿਆਨ ਰੱਖਣ ਇੱਕ ਚੀਜ਼ ਹੋਰ ਕਿ ਗ੍ਰੀਨਵਿਚ ਦੇ ਜੇਕਰ ਅਸੀਂ ਈਸਟ ਦੇ ਵਿੱਚ ਜਾਵਾਂਗੇ ਤਾਂ ਟਾਈਮ ਜਿਹੜਾ ਹੈ ਉਹ ਪਲੱਸ ਹੁੰਦਾ ਜਾਊਗਾ, ਅਗਰ ਅਸੀਂ ਗ੍ਰੀਨਵਿਚ ਤੋਂ ਵੈਸਟ ਦੇ ਵਿੱਚ ਜਾਵਾਂਗੇ ਤਾਂ ਟਾਈਮ ਜਿਹੜਾ ਹੈ ਉਹ ਮਾਈਨਸ ਹੁੰਦਾ ਜਾਊਗਾ। ਤਾਂ ਸਾਡਾ ਭਾਰਤ ਜਿਹੜਾ ਹੈ ਉਹ ਈਸਟ ਦੇ ਵਿੱਚ ਹੈ, ਇਸ ਕਰਕੇ ਸਾਡਾ ਭਾਰਤ ਦਾ ਸਮਾਂ ਜਿਹੜਾ ਹੈ ਉਹ ਗ੍ਰੀਨਵਿਚ ਦੇ ਨਾਲੋਂ ਪਲੱਸ ਹੈ, ਯਾਨੀ ਕਿ ਜ਼ਿਆਦਾ ਹੈਗਾ। ਕਿੰਨਾ ਹੈ? 5.5 ਘੰਟੇ ਅੱਗੇ ਹੈਗਾ ਗਾ। ਠੀਕ ਹੈ, 1 ਡਿਗਰੀ ਦੇ ਉੱਪਰ 4 ਮਿੰਟਾਂ ਦਾ ਜਿਹੜਾ ਹੈ ਉਹ ਫਰਕ ਪੈ ਜਾਂਦਾ ਹੈਗਾ ਗਾ। ਨੈਕਸਟ ਹੈ ਭਾਰਤ ਦੇ ਵਿੱਚ ਕਿਹੜੇ ਦੇਸ਼ਾਂਤਰ ਦੇ ਸਮੇਂ ਨੂੰ ਭਾਰਤੀ ਪ੍ਰਮਾਣਿਕ ਸਮਾਂ ਬਣਾਇਆ ਗਿਆ ਹੈ? ਠੀਕ ਹੈ, ਸੋ ਇੱਥੇ ਸਹੀ ਹੈ ਦੇਸ਼ਾਂਤਰ, ਉੱਥੇ ਆਪਾਂ ਲੰਬਕਾਰ ਦੇ ਵਿੱਚ ਥੋੜ੍ਹਾ ਜਿਹਾ ਉਲਝ ਗਏ ਸੀਗੇ, ਜਿਹਦੇ ਕਾਰਨ ਉਹ ਸ਼ਬਦ ਦੇ ਵਿੱਚ ਦੇਸ਼ਾਂਤਰ ਜਿਹੜਾ ਹੈ ਭਾਰਤ ਦੇ ਲਈ, ਜਿੱਥੇ ਭਾਰਤ ਦਾ ਜਿਹੜਾ ਟਾਈਮ ਆ ਉਹ ਸੈੱਟ ਕੀਤਾ ਗਿਆ ਹੈ ਗ੍ਰੀਨਵਿਚ ਦੇ ਨਾਲੋਂ 0 ਡਿਗਰੀ ਦੇ ਨਾਲੋਂ, ਤਾਂ ਭਾਰਤ ਜਿਹੜਾ ਹੈ ਉਹ 82 ਡਿਗਰੀ ਪੂਰਬੀ ਦੇਸ਼ਾਂਤਰ ਦੇ ਵਿੱਚ ਸਥਿਤ ਹੈ। ਇਸ ਨੂੰ ਭਾਰਤ ਦਾ ਜਿਹੜਾ ਹੈ ਪ੍ਰਮਾਣਿਕ ਟਾਈਮ ਜਿਹੜਾ ਹੈ ਉਹ ਨਿਸ਼ਚਿਤ ਕੀਤਾ ਗਿਆ ਹੈ। ਤੁਹਾਡੇ ਫੋਨ 'ਤੇ ਜਾਂ ਤੁਹਾਡੀਆਂ ਜਿਹੜੀਆਂ ਡਿਜੀਟਲ ਜਿਹੜੇ ਕਲੌਕਸ ਨੇ ਉਹਨਾਂ ਦੇ ਉੱਪਰ ਜਦੋਂ ਵੀ ਤੁਸੀਂ ਟਾਈਮ ਸੈੱਟ ਕਰਦੇ ਹੋ ਤਾਂ ਉੱਥੇ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਡੀ ਲੋਕੇਸ਼ਨ ਕਿਹੜੀ ਹੈ, ਤਾਂ ਉਸੇ ਅਸੀਂ 82 ਡਿਗਰੀ ਚੁਣਦੇ ਹੈਗੇ ਹਾਂ, ਜੋ ਕਿ ਗ੍ਰੀਨਵਿਚ ਦੇ ਨਾਲੋਂ 5.5 ਘੰਟੇ ਅੱਗੇ ਹੁੰਦਾ ਹੈ, 5.5 ਘੰਟੇ ਅੱਗੇ ਹੁੰਦਾ ਹੈ। ਅਤੇ ਭਾਰਤ ਦੇ ਵਿੱਚੋਂ ਇਹ ਰੇਖਾ ਇਲਾਹਾਬਾਦ ਦੇ ਵਿੱਚੋਂ ਨਿਕਲਦੀ ਹੈ, ਉੱਥੋਂ ਇਸ ਨੂੰ ਜਿਹੜਾ ਹੈ ਕੇਂਦਰ ਮੰਨਿਆ ਗਿਆ ਹੈਗਾ। ਨੈਕਸਟ ਹੈ ਧਰਤੀ ਆਪਣੀ ਧੁਰੀ ਦੇ ਦੁਆਲੇ ਕਿਸ ਦਿਸ਼ਾ ਦੇ ਵੱਲ ਘੁੰਮਦੀ ਹੈ? ਧਰਤੀ ਆਪਣੀ ਧੁਰੀ ਦੇ ਦੁਆਲੇ ਕਿਸ ਦਿਸ਼ਾ ਦੇ ਵਿੱਚ ਘੁੰਮਦੀ ਹੈ? ਸੋ ਰਾਈਟ ਹੈ ਪੱਛਮ ਤੋਂ ਪੂਰਬ ਦਿਸ਼ਾ ਦੇ ਵਿੱਚ ਘੁੰਮਦੀ ਹੈ ਜੀ ਧਰਤੀ ਆਪਣੀ ਧੁਰੀ ਦੇ ਦੁਆਲੇ। ਨੈਕਸਟ ਹੈ ਧਰਤੀ ਆਪਣੀ ਧੁਰੀ ਦੇ ਦੁਆਲੇ ਪੱਛਮ ਤੋਂ ਪੂਰਬ ਦੇ ਵੱਲ 24 ਘੰਟਿਆਂ ਦੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈਗੀ ਆ, ਅਤੇ ਧਰਤੀ ਦੀ ਇਸ ਗਤੀ ਨੂੰ ਕਿਹਾ ਜਾਂਦਾ ਹੈ, ਠੀਕ ਹੈ, ਵੈਸੇ 23 ਘੰਟੇ ਕੁਛ ਮਿੰਟ ਦੇ ਹਿਸਾਬ ਦੇ ਨਾਲ ਹੈ, ਠੀਕ ਹੈ, ਬਟ ਪੂਰਾ ਪ੍ਰੋਪਰ ਇਸ ਨੂੰ ਮੰਨਿਆ ਜਾਂਦਾ ਕਿ 24 ਘੰਟੇ ਮੰਨੇ ਜਾਂਦੇ ਨੇ। ਠੀਕ ਹੈ, ਤਾਂ ਧਰਤੀ ਜਿਹੜੀ ਹੈ ਉਹ ਆਪਣੀ ਧੁਰੀ ਦੇ ਦੁਆਲੇ ਪੱਛਮ ਤੋਂ ਪੂਰਬ ਦੇ ਵਿੱਚ ਘੁੰਮਦੀ ਹੈਗੀ, ਠੀਕ ਹੈ, ਔਰ ਇਸ ਗਤੀ ਨੂੰ ਕੀ ਕਿਹਾ ਜਾਂਦਾ ਹੈ? ਇਸ ਗਤੀ ਦਾ ਨਾਮ ਹੈ ਦੈਨਿਕ ਗਤੀ। ਧਰਤੀ ਦੀ ਦੈਨਿਕ ਗਤੀ ਯਾਨੀ ਕਿ 24 ਘੰਟਿਆਂ ਦੇ ਵਿੱਚ ਜਿਹੜਾ ਚੱਕਰ ਪੂਰਾ ਹੁੰਦਾ ਹੈ, ਅਤੇ ਇਸ ਦੈਨਿਕ ਗਤੀ ਦੇ ਕਾਰਨ ਕਰਕੇ ਹੀ ਦਿਨ ਅਤੇ ਰਾਤ ਜਿਹੜੇ ਨੇ ਉਹ ਬਣਦੇ ਹੈਗੇ ਨੇ, ਦਿਨ ਅਤੇ ਰਾਤ। ਓਕੇ, ਇਹ ਵੈਰੀ ਇੰਪੋਰਟੈਂਟ ਹੈ, ਇਸ ਨਾਲ ਰਿਲੇਟਡ ਵੀ ਕੁਐਸਚਨ ਜਿਹੜਾ ਹੈ ਉਹ ਅਕਸਰ ਆਉਂਦਾ ਰਹਿੰਦਾ ਹੈ ਕਿ ਧਰਤੀ ਦੀ ਇਹ ਦੈਨਿਕ ਗਤੀ ਹੈ ਜਾਂ ਵਾਰਸ਼ਨਿਕ ਗਤੀ ਹੈ। ਨੈਕਸਟ ਹੈ 21 ਨੰਬਰ, ਸੂਰਜ ਦੀ ਧਰਤੀ ਤੋਂ ਦੂਰੀ ਕਿੰਨੀ ਹੈਗੀ ਆ? ਤਾਂ ਸੂਰਜ ਦੀ ਧਰਤੀ ਤੋਂ ਦੂਰੀ ਜਿਹੜੀ ਹੈ ਉਹ ਵੱਧ ਤੋਂ ਵੱਧ 15 ਕਰੋੜ ਕਿਲੋਮੀਟਰ ਹੈਗੀ, ਯਾਨੀ ਕਿ ਸਾਡੀ ਧਰਤੀ ਸੂਰਜ ਤੋਂ ਮੋਸਟਲੀ 15 ਕਰੋੜ ਕਿਲੋਮੀਟਰ ਦੂਰ ਹੈ, ਜੋ ਕਿ ਸਭ ਤੋਂ ਵੱਧ ਹੈ। ਨੈਕਸਟ ਹੈ ਸਾਲ 2016 ਤੋਂ ਬਾਅਦ ਅਗਲਾ
ਲੀਪ ਵਾਲਾ ਸਾਲ ਜਾਂ ਵਰਾ ਜਾਂ ਈਅਰ ਜਿਹੜਾ ਹੈ ਉਹ ਕਿਹੜਾ ਹੋਵੇਗਾ। ਤਾਂ ਲੀਪ ਵਾਲਾ ਸਾਲ ਜਿਹੜਾ ਹੈ 2016 ਤੋਂ ਬਾਅਦ 2020 ਸੀ, 2020 ਤੋਂ ਬਾਅਦ ਅਗਲਾ 2024 ਦੇ ਵਿੱਚ ਹੋਵੇਗਾ, ਜੋ ਕਿ 2020 ਗੁਜ਼ਰ ਚੁੱਕਿਆ ਹੈ। ਇਸ ਤੋਂ ਅੱਗੇ 2024 ਦੇ ਵਿੱਚ ਹੋਵੇਗਾ। ਸੋ ਲੀਪ ਵਾਲਾ ਸਾਲ ਜਿਹੜਾ ਹੈ ਹਰ 4 ਸਾਲਾਂ ਬਾਅਦ ਆਉਂਦਾ ਹੈ ਅਤੇ ਇਸ ਚੌਥੇ ਸਾਲ ਦੇ ਵਿੱਚ ਫਰਵਰੀ ਦੇ ਮਹੀਨੇ ਦੇ ਵਿੱਚ ਇੱਕ ਦਿਨ ਐਡ ਕੀਤਾ ਜਾਂਦਾ ਹੈ ਅਤੇ 28 ਫਰਵਰੀ ਤੋਂ 29 ਫਰਵਰੀ ਜਿਹੜੀ ਹੈ ਉਹ ਬਣਾਈ ਜਾਂਦੀ ਹੈ। ਠੀਕ ਹੈ, ਸੋ ਇਹ 365 ਦਿਨ ਦੇ ਆਧਾਰ ਦੇ ਉੱਪਰ ਹੁੰਦਾ ਹੈ। ਆਪਾਂ ਅਕਸਰ ਪੜ੍ਹਦੇ ਸੀਗੇ, ਠੀਕ ਹੈ, ਕਿ 365 ਦਿਨ 1/4, ਓਕੇ, 1/4। ਸੋ ਯਾਨੀ ਕਿ 1/4 ਨੂੰ ਜੋ ਚੌਥੇ ਸਾਲ ਪੂਰਾ ਹੁੰਦਾ ਹੈ, ਜਦੋਂ ਇਹ 4 ਹੋ ਜਾਂਦੇ ਹੈਗੇ ਨੇ, ਉਹ ਸਾਲ ਇਸ ਨੂੰ ਬਣਾਇਆ ਜਾਂਦਾ ਹੈਗਾ। ਠੀਕ ਹੈ, ਜੋ ਅੱਗੇ ਥਿਊਰੀ ਦੇ ਵਿੱਚ ਜਾਂ ਅਗਲੇ ਕੁਐਸਚਨਾਂ ਦੇ ਵਿੱਚ ਆਪਾਂ ਐਡ ਕਰਾਂਗੇ ਕਿ ਕਿੰਨੇ ਦਿਨਾਂ ਦਾ ਜਾਂ ਕਿੰਨੇ ਮਿੰਟਾਂ ਦਾ ਫਰਕ ਪੈਂਦਾ ਹੈ। ਨੈਕਸਟ ਹੈ 21 ਜੂਨ ਨੂੰ ਸੂਰਜ ਦੀਆਂ ਕਿਰਨਾਂ ਕਿਹੜੀ ਰੇਖਾ 'ਤੇ ਸਿੱਧੀਆਂ ਪੈਂਦੀਆਂ ਨੇ। 21 ਜੂਨ ਨੂੰ ਸੂਰਜ ਦੀਆਂ ਕਿਰਨਾਂ ਕਿਹੜੀ ਰੇਖਾ 'ਤੇ ਸਿੱਧੀਆਂ ਪੈਂਦੀਆਂ ਨੇ। ਸੋ ਅਸੀਂ ਗੱਲ ਕਰਾਂਗੇ ਕਿ ਜਿਹੜੀ ਜੂਨ ਹੈ ਉਹਦੇ ਵਿੱਚ ਗਰਮੀਆਂ ਕਿਹੜੇ ਮਹੀਨੇ 'ਚ ਪੈਂਦੀਆਂ ਨੇਗੀਆਂ। ਜੂਨ ਦੀਆਂ ਜਿਹੜੀਆਂ ਗਰਮੀਆਂ ਨੇ ਕਿਹੜੇ ਦੇਸ਼ ਦੇ ਵਿੱਚ ਪੈਂਦੀਆਂ ਨੇ, ਅਤੇ ਇਹਦਾ ਸੁਭਾਵਿਕ ਜਿਹਾ ਅਰਥ ਹੈ ਕਿ ਸਾਡੇ ਭਾਰਤ ਦੇ ਵਿੱਚ ਪੈਂਦੀਆਂ ਨੇ। ਜੂਨ ਮਹੀਨੇ ਦੇ ਵਿੱਚ ਬਹੁਤ ਗਰਮੀ ਹੁੰਦੀ ਹੈ ਅਤੇ ਸਾਡੇ ਭਾਰਤ ਦੇ ਵਿੱਚੋਂ ਦੀ ਗੁਜ਼ਰਦੀ ਹੈਗੀ ਕਰਕ ਰੇਖਾ, ਟ੍ਰੋਪਿਕ ਆਫ ਕੈਂਸਰ ਜਿਹੜੀ ਹੈ ਉਹ ਪਾਰ ਹੁੰਦੀ ਹੈ। ਇਸੇ ਕਾਰਨ ਕਰਕੇ 21 ਜੂਨ ਨੂੰ ਜਦੋਂ ਸਾਡੇ ਭਾਰਤ ਦੇ ਵਿੱਚ ਗਰਮੀ ਹੁੰਦੀ ਹੈ ਤਾਂ ਜਿਹੜੀਆਂ ਰੇਖਾਵਾਂ ਨੇ ਉਹ ਕਰਕ ਰੇਖਾ 'ਤੇ ਪੈ ਰਹੀਆਂ ਹੁੰਦੀਆਂ ਨੇ। ਇਹਦਾ ਕਾਰਨ ਇਹੀ ਹੈ ਅਤੇ 21 ਜੂਨ ਨੂੰ ਹੀ ਸਭ ਤੋਂ ਵੱਡਾ ਦਿਨ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਉੱਤਰੀ ਧਰੁਵ ਦੇ ਵਿੱਚ। ਨੈਕਸਟ ਹੈ 22 ਦਸੰਬਰ ਨੂੰ ਸੂਰਜ ਦੀਆਂ ਕਿਰਨਾਂ ਕਿਹੜੀ ਰੇਖਾ 'ਤੇ ਸਿੱਧੀਆਂ ਪੈਂਦੀਆਂ ਨੇ। ਠੀਕ ਹੈ, ਪੁੱਛਿਆ ਗਿਆ ਹੈ 22 ਦਸੰਬਰ ਨੂੰ। ਅਗਰ 21 ਜੂਨ ਆਉਂਦਾ ਹੈ ਤਾਂ ਕਰਕ ਰੇਖਾ 'ਤੇ ਹੈ ਜੋ ਸਾਡੇ ਭਾਰਤ ਦੇ ਵਿੱਚ ਹੈ। ਅਗਰ 22 ਦਸੰਬਰ ਦੀ ਗੱਲ ਕੀਤੀ ਜਾਵੇ ਤਾਂ 22 ਦਸੰਬਰ ਨੂੰ ਸਾਊਥ ਦੇ ਵਿੱਚ ਜਿਹੜੀ ਸਾਡੇ ਕੋਲੇ ਮਕਰ ਰੇਖਾ ਹੈ 23.5 ਡਿਗਰੀ ਦੇ ਉੱਪਰ, ਸੋ ਉੱਥੇ ਟ੍ਰੋਪਿਕ ਆਫ ਕੈਪਰੀਕੌਨ ਦੇ ਉੱਪਰ ਜਿਹੜੀ ਹੈ ਰੇਖਾਵਾਂ ਸਿੱਧੀਆਂ ਪੈਂਦੀਆਂ ਨੇ। ਯਾਨੀ ਕਿ ਸਾਡੇ ਭਾਰਤ ਦੇ ਵਿੱਚ ਦਸੰਬਰ ਦੇ ਵਿੱਚ ਸਰਦੀਆਂ ਅਤੇ ਆਸਟ੍ਰੇਲੀਆ ਦੇ ਵਿੱਚ ਸਾਊਥ ਦੇ ਵਿੱਚ ਜਿਹੜਾ ਹੈ ਗਰਮੀਆਂ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਅਤੇ 21 ਜੂਨ ਨੂੰ ਭਾਰਤ ਦੇ ਵਿੱਚ ਗਰਮੀ ਹੁੰਦੀ ਹੈ ਅਤੇ ਮਕਰ ਰੇਖਾ ਦੇ ਉੱਪਰ ਠੰਡ ਹੁੰਦੀ ਹੈਗੀ ਆ। ਨੈਕਸਟ ਹੈ ਕਿਹੜੇ ਖੇਤਰਾਂ ਦੇ ਵਿੱਚ 6 ਮਹੀਨੇ ਦਾ ਦਿਨ ਅਤੇ 6 ਮਹੀਨੇ ਦੀ ਰਾਤ ਹੁੰਦੀ ਹੈ। ਸੋ ਇਹਨਾਂ ਦੇ ਵਿੱਚੋਂ 6 ਮਹੀਨੇ ਦਾ ਦਿਨ ਅਤੇ 6 ਮਹੀਨੇ ਦੀ ਰਾਤ ਜਿਹੜੀ ਹੈ ਉਹ ਧਰੂਵੀ ਖੇਤਰਾਂ ਦੇ ਉੱਪਰ ਹੁੰਦੀ ਹੈ, ਨਾਰਥ ਪੋਲ ਅਤੇ ਸਾਊਥ ਪੋਲ। ਠੀਕ ਹੈ, ਜੋ ਕਿ 90 ਡਿਗਰੀ ਵਾਲਾ ਪੁਆਇੰਟ ਹੈ ਜਿੱਥੇ ਸੂਰਜ ਦੀਆਂ ਕਿਰਨਾਂ 6 ਮਹੀਨੇ ਕਿਤੇ ਸਾਊਥ ਦੇ ਵਿੱਚ ਪੈਂਦੀਆਂ ਅਤੇ ਕਿਤੇ ਸਾਊਥ ਦੇ ਵਿੱਚ ਨਾਰਥ ਦੇ ਵਿੱਚ। ਓਕੇ, ਤਾਂ ਧਿਆਨ ਰੱਖਣਾ ਕਿ ਜਦੋਂ 21 ਜੂਨ ਹੁੰਦੀ ਹੈ ਤਾਂ ਉਸ ਸਮੇਂ ਸੂਰਜ ਜਿਹੜਾ ਹੈ ਨਾਰਥ ਦੇ ਵੱਲ ਹੁੰਦਾ, ਇਸ ਕਰਕੇ ਜਿਹੜਾ 6 ਮਹੀਨਿਆਂ ਦਾ ਦਿਨ ਨਾਰਥ ਦੇ ਵਿੱਚ ਹੁੰਦਾ ਹੈ ਅਤੇ ਸਾਊਥ ਦੇ ਵਿੱਚ ਉਸ ਸਮੇਂ ਸਰਦੀਆਂ ਦਾ ਮੌਸਮ ਹੁੰਦਾ ਹੈ, ਯਾਨੀ ਕਿ ਰਾਤ ਹੁੰਦੀ ਹੈਗੀ। ਨੈਕਸਟ ਹੈ 26 ਨੰਬਰ, ਦਿਨ ਅਤੇ ਰਾਤ ਧਰਤੀ ਦੀ ਕਿਹੜੀ ਗਤੀ ਦੇ ਕਾਰਨ ਬਣਦੇ ਨੇ। ਸੋ ਪਹਿਲਾਂ ਅਸੀਂ ਦੱਸ ਚੁੱਕੇ ਹਾਂ, ਉਹ ਸੀਗੀ ਦੈਨਿਕ ਗਤੀ ਜਿਹੜੀ ਕਿ 24 ਘੰਟਿਆਂ ਦੇ ਨਾਲ ਸੰਬੰਧਿਤ ਸੀਗੀ। ਨੈਕਸਟ ਹੈ ਰੁੱਤਾਂ ਵਿੱਚ ਤਬਦੀਲੀ ਧਰਤੀ ਦੀ ਕਿਹੜੀ ਗਤੀ ਦੇ ਕਾਰਨ ਹੁੰਦੀ ਹੈ। ਰੁੱਤਾਂ ਦੇ ਵਿੱਚ ਤਬਦੀਲੀ ਜਿਹੜੀ ਹੈ ਉਹ ਵਾਰਸ਼ਨਿਕ ਗਤੀ ਦੇ ਕਾਰਨ ਕਰਕੇ ਹੁੰਦੀ ਹੈ, ਜਿਹਦੇ ਦੌਰਾਨ 4 ਮੌਸਮ ਧਰਤੀ ਦੇ ਉੱਪਰ ਬਣਾਏ ਜਾਂਦੇ ਹੈਗੇ ਨੇ। ਇੱਕ ਗਰਮੀ ਦਾ, ਇੱਕ ਸਰਦੀ ਦਾ, ਇੱਕ ਪਤਝੜ ਦਾ ਅਤੇ ਇੱਕ ਬਸੰਤ ਦਾ। ਇਹ ਚੀਜ਼ਾਂ ਜਿਹੜੀਆਂ 4 ਜਿਹੜੇ ਮੌਸਮ ਜਿਹੜੇ ਉਹ ਤਬਦੀਲ ਹੁੰਦੇ ਨੇ ਉਹ ਧਰਤੀ ਦੀ ਵਾਰਸ਼ਨਿਕ ਗਤੀ ਦੇ ਕਾਰਨ ਹੈ, ਕਿਉਂਕਿ ਧਰਤੀ ਦੇ ਪੂਰੇ ਸਾਲ ਦੇ ਦੌਰਾਨ 365 ਦਿਨਾਂ ਦੇ ਵਿੱਚ ਘੁੰਮਣ ਦੇ ਦੌਰਾਨ ਧਰਤੀ ਦੀ ਜਿਹੜੀ ਡਾਇਰੈਕਸ਼ਨ ਆ ਉਹ ਬਦਲਦੀ ਰਹਿੰਦੀ ਹੈ, ਕਦੇ ਸਾਊਥ ਵਾਲਾ ਪਾਸਾ ਸਾਹਮਣੇ ਆਉਂਦਾ ਸੂਰਜ ਦੇ, ਕਦੇ ਨਾਰਥ ਵਾਲਾ। ਨੈਕਸਟ ਹੈ ਕਿਹੜੇ ਨਕਸ਼ੇ ਕਿਸੇ ਵੀ ਦੇਸ਼ ਦੇ ਪਹਾੜ, ਪਠਾਰ ਅਤੇ ਮੈਦਾਨਾਂ ਦੇ ਬਾਰੇ ਜਾਣਕਾਰੀ ਦਿੰਦੇ ਨੇ। ਠੀਕ ਹੈ, ਸੋ ਨਕਸ਼ੇ ਜਿਹੜੇ ਨੇ ਇਹ ਬਹੁਤ ਤਰ੍ਹਾਂ ਦੇ ਹੁੰਦੇ ਹੈਗੇ ਨੇਗੇ। ਠੀਕ ਹੈ, ਇੱਥੇ ਪੁੱਛਿਆ ਗਿਆ ਹੈ ਕਿ ਪਹਾੜਾਂ ਨੂੰ ਸ਼ੋਅ ਕਰਦਾ ਹੈ, ਪਠਾਰਾਂ ਨੂੰ ਸ਼ੋਅ ਕਰਦਾ ਹੈ ਅਤੇ ਮੈਦਾਨਾਂ ਨੂੰ ਸ਼ੋਅ ਕਰਦਾ ਹੈ। ਨਕਸ਼ੇ ਦੇ ਉੱਪਰ ਜਦੋਂ ਇਹ ਚੀਜ਼ਾਂ ਸ਼ੋਅ ਕੀਤੀਆਂ ਜਾਣਗੀਆਂ ਤਾਂ ਇਹ ਹੋਣਗੇ ਭੌਤਿਕ ਨਕਸ਼ੇ, ਜਿਨ੍ਹਾਂ ਨੂੰ ਅਸੀਂ ਇੰਗਲਿਸ਼ ਦੇ ਵਿੱਚ ਫਿਜ਼ੀਕਲ ਮੈਪਸ ਕਹਿੰਦੇ ਹੈਗੇ ਆਂਗੇ। ਓਕੇ, ਪਹਾੜ ਅਤੇ ਜਿਹੜੇ ਪਠਾਰ ਨੇ ਇਹਨਾਂ ਨੂੰ ਹਮੇਸ਼ਾ ਬਰਾਊਨ ਕਲਰ ਦੇ ਨਾਲ ਜਿਹੜਾ ਹੈ ਸ਼ੋਅ ਕੀਤਾ ਜਾਂਦਾ ਹੈ। ਨੈਕਸਟ ਹੈ ਕਿਹੜੇ ਨਕਸ਼ੇ ਸੱਭਿਆਚਾਰ ਦਾ ਵਿਸਤਾਰ, ਮਹੱਤਵਪੂਰਨ ਯਾਤਰਾਵਾਂ ਅਤੇ ਲੜਾਈਆਂ ਦਾ ਅਧਿਐਨ ਕਰਨ ਦੇ ਲਈ ਵਰਤਦੇ ਨੇ। ਸੋ ਇੱਥੋਂ ਸਿੰਪਲ ਜਿਹਾ ਜਿਹੜਾ ਤੁਸੀਂ ਅੰਦਾਜ਼ਾ ਲਗਾਉਣਾ ਕਿ ਜਦੋਂ ਵੀ ਅਸੀਂ ਲੜਾਈਆਂ ਪੜ੍ਹਦੇ ਹਾਂ, ਚਾਹੇ ਉਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੋਣ, ਚਾਹੇ ਬੰਦਾ ਸਿੰਘ ਬਹਾਦਰ ਦੀਆਂ ਹੋਣ, ਚਾਹੇ ਮਹਾਰਾਜਾ ਰਣਜੀਤ ਸਿੰਘ ਦੀਆਂ ਹੋਣ, ਚਾਹੇ ਕਿਸੇ ਹੋਰ ਸ਼ਾਸਕ ਦੇ ਨਾਲ ਸੰਬੰਧਿਤ ਹੋਣ, ਤਾਂ ਉਹ ਹਮੇਸ਼ਾ ਹੀ ਅਸੀਂ ਇਤਿਹਾਸ ਦੀ ਬੁੱਕ ਦੇ ਵਿੱਚੋਂ ਪੜ੍ਹਦੇ ਹਾਂ। ਸੋ ਇਸੇ ਕਾਰਨ ਕਰਕੇ ਜਦੋਂ ਲੜਾਈਆਂ, ਯਾਤਰਾਵਾਂ ਦੀ ਗੱਲ ਹੋਊਗੀ ਤਾਂ ਇਹ ਹਿਸਟੋਰੀਕਲ ਪਲੇਸ ਦੇ ਨਾਲ ਸੰਬੰਧਿਤ ਹੋਣਗੀਆਂ। ਇਸ ਦਾ ਮਤਲਬ ਇਹ ਇਤਿਹਾਸਕ ਨਕਸ਼ੇ ਨੇਗੇ, ਹਿਸਟੋਰੀਕਲ ਮੈਪ ਜਿਹੜੇ ਆ ਉਹ ਮੰਨੇ ਜਾਂਦੇ ਨੇ। ਨੈਕਸਟ ਹੈ 30 ਨੰਬਰ, ਨਕਸ਼ੇ ਦੇ 3 ਜ਼ਰੂਰੀ ਤੱਤ ਜਿਸ ਤੋਂ ਬਿਨਾਂ ਨਕਸ਼ਾ ਕੰਪਲੀਟ ਨਹੀਂ ਹੁੰਦਾ। ਸੋ ਇਹਦੇ ਵਿੱਚ ਤੁਹਾਨੂੰ ਇੱਕ ਆਪਸ਼ਨ ਜਿਹੜਾ ਹੈ ਓਪੋਜ਼ਿਟ ਹੋ ਸਕਦਾ ਹੈ, ਗਲਤ ਹੋ ਸਕਦਾ ਹੈ, ਬਾਕੀ ਸਹੀ ਹੋ ਸਕਦੇ ਹੈਗੇ ਨੇ ਜਾਂ ਇੱਕ ਸਹੀ ਹੋ ਸਕਦਾ ਹੈ। ਤਾਂ ਇਹਦੇ ਵਿੱਚ ਸਹੀ ਹੈ
ਕਿ ਜਿਹੜਾ ਨਕਸ਼ਾ ਜਦੋਂ ਬਣਾਉਣਾ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਜ਼ਰੂਰੀ ਹੈ ਉਹ ਦੂਰੀ ਹੈ, ਜਿਹਨੂੰ ਡਿਸਟੈਂਸ ਜਾਂ ਸਕੇਲ ਕਿਹਾ ਜਾਂਦਾ ਹੈ। ਠੀਕ ਹੈ, ਸੌਰੀ ਦੂਰੀ ਹੁੰਦੀ ਹੈ। ਫਿਰ ਦਿਸ਼ਾ ਜਿਹੜੀ ਹੈ ਡਾਇਰੈਕਸ਼ਨ, ਕਿ ਨਾਰਥ ਜਿਹੜੀ ਹੈ ਉਹ ਕਿਸ ਸਾਈਡ ਦੇ ਵਿੱਚ ਹੈ। ਫਿਰ ਪ੍ਰਮਾਣਿਤ ਜਿਹੜੇ ਚਿੰਨ੍ਹ ਨੇ ਉਹ ਆ ਜਾਂਦੇ ਨੇ, ਜਿਵੇਂ ਕਿ ਕਲਰ ਦੇ ਨਾਲ ਸ਼ੋਅ ਕਰਨਾ। ਠੀਕ ਹੈ, ਕਿ ਪਹਾੜ ਜਿਹੜੇ ਬਰਾਊਨ ਕਲਰ ਦੇ ਆ, ਜਿਹੜੀਆਂ ਨਦੀਆਂ ਨੇ ਉਹ ਨੀਲੇ ਕਲਰ 'ਚ ਦਿਖਾਈਆਂ ਜਾਂਦੀਆਂ ਨੇ, ਮੈਦਾਨ ਜਿਹੜੇ ਆ ਉਹ ਹਰੇ ਰੰਗ 'ਚ ਦਿਖਾਏ ਜਾਂਦੇ ਹੈਗੇ ਨੇ। ਠੀਕ ਹੈ, ਝੀਲਾਂ ਨੇ ਜਿਹੜੀਆਂ ਉਹ ਵੀ ਨੀਲੇ ਕਲਰ 'ਚ ਦਿਖਾਈਆਂ ਜਾਂਦੀਆਂ ਨੇ। ਨੈਕਸਟ ਕੁਐਸਚਨ ਹੈ 31 ਨੰਬਰ, ਭਾਰਤ ਵਿੱਚ ਨਕਸ਼ੇ ਕਿਸ ਵਿਭਾਗ ਦੇ ਦੁਆਰਾ ਬਣਾਏ ਜਾਂਦੇ ਨੇ? ਭਾਰਤ ਦੇ ਜਿੰਨੇ ਵੀ ਨਕਸ਼ੇ ਨੇ ਉਹ ਕਿਸ ਦੇ ਦੁਆਰਾ ਬਣਾਏ ਜਾਂਦੇ ਨੇ? ਸਰਵੇਖਣ ਵਿਭਾਗ ਦੇ ਦੁਆਰਾ ਬਣਾਏ ਜਾਂਦੇ ਨੇ, ਸਰਵੇ ਆਫ ਇੰਡੀਆ ਦੇ ਦੁਆਰਾ ਇਸ ਨੂੰ ਬਣਾਇਆ ਜਾਂਦਾ ਹੈ। ਨੈਕਸਟ ਹੈ 32 ਨੰਬਰ, ਮਹਾਸਾਗਰਾਂ ਨੂੰ ਕਿਸ ਰੰਗ ਦੇ ਨਾਲ ਦਰਸਾਇਆ ਜਾਂਦਾ ਹੈ? ਸੋ ਧਿਆਨ ਰੱਖਣਾ ਕਿ ਮੈਪ ਦੇ ਵਿੱਚ ਜਿੱਥੇ ਵੀ ਪਾਣੀ ਨਾਲ ਸੰਬੰਧਿਤ ਗੱਲ ਹੋਊਗੀ ਕਿ ਪਾਣੀ ਦਿਖਾਇਆ ਜਾ ਰਿਹਾ ਹੈ ਤਾਂ ਉੱਥੇ ਹਮੇਸ਼ਾ ਰੰਗ ਵਰਤਿਆ ਹੋਊਗਾ ਨੀਲਾ, ਯਾਨੀ ਕਿ ਬਲੂ ਕਲਰ ਦਾ। ਠੀਕ ਹੈ, ਬਲੂ ਕਲਰ ਸਾਈਨ ਕਰਦਾ ਹੈ, ਡਿਸਾਈਡ ਕਰਦਾ ਹੈ ਕਿ ਧਰਤੀ ਦੇ ਉੱਪਰ ਇਹ ਚੀਜ਼ ਪਾਣੀ ਨੂੰ ਸ਼ੋਅ ਕਰ ਰਹੀ ਹੈ। ਨੈਕਸਟ ਹੈ, ਨਕਸ਼ੇ ਦੇ ਵਿੱਚ ਮੈਦਾਨਾਂ ਨੂੰ ਕਿਸ ਰੰਗ ਨਾਲ ਦਿਖਾਇਆ ਜਾਂਦਾ ਹੈ? ਹਰੇ ਰੰਗ ਦੇ ਨਾਲ, ਕਿਉਂਕਿ ਮੈਦਾਨੀ ਖੇਤਰਾਂ ਦੇ ਵਿੱਚ ਫਸਲਾਂ ਉਗਾਈਆਂ ਜਾਂਦੀਆਂ ਨੇ, ਜਿਹਦੇ ਕਾਰਨ ਕਰਕੇ ਮੈਪ ਰਾਹੀਂ ਜਾਂ ਸੈਟਲਾਈਟ ਰਾਹੀਂ ਸਾਨੂੰ ਉਹ ਗ੍ਰੀਨ ਕਲਰ ਦੀਆਂ ਦਿਖਾਈ ਦਿੰਦੀਆਂ ਨੇ। ਨੈਕਸਟ ਹੈ, ਸੰਸਾਰ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਹੈ? ਸੰਸਾਰ ਦੀ ਸਭ ਤੋਂ ਉੱਚੀ ਚੋਟੀ ਹੈ ਮਾਊਂਟ ਐਵਰੈਸਟ। ਠੀਕ ਹੈ, ਸੋ ਸੰਸਾਰ ਦੀ ਸਭ ਤੋਂ ਉੱਚੀ ਹੈ ਜਿਹੜੀ ਕਿ 8848 ਮੀਟਰ ਉੱਚੀ ਹੈਗੀ 29,029 ਫੁੱਟ ਦੇ ਵਿੱਚ ਆਉਂਦੀ ਹੈਗੀ। ਅਗਰ ਮੀਟਰ 'ਚ ਆਉਂਦੀ ਹੈ ਤਾਂ 8848 ਹੈ। ਸੰਸਾਰ ਦੀ ਸਭ ਤੋਂ ਉੱਚੀ ਚੋਟੀ ਹੈ, ਏਸ਼ੀਆ ਮਹਾਦੀਪ ਦੇ ਵਿੱਚ ਪੈਂਦੀ ਹੈ। ਅਗਰ ਰਾਜ ਪੁੱਛਿਆ ਜਾਂਦਾ ਹੈ ਕਿ ਕਿਹੜੇ ਰਾਜ ਦੇ ਵਿੱਚ ਹੈ ਤਾਂ ਇਹ ਭਾਰਤ ਦੇ ਵਿੱਚ ਨਹੀਂ ਆਉਂਦੀ। ਕਈ ਵਾਰ ਇਹ ਬੱਚੇ ਬਹੁਤ ਮਿਸਟੇਕ ਕਰਦੇ ਨੇ, ਤਾਂ ਇਹ ਨੇਪਾਲ ਦੇ ਵਿੱਚ ਸਥਿਤ ਹੈ। ਠੀਕ ਹੈ, ਨੇਪਾਲ ਦੇ ਵਿੱਚ ਸਥਿਤ ਹੈ ਮਾਊਂਟ ਐਵਰੈਸਟ। ਨੈਕਸਟ ਹੈ, ਸੰਸਾਰ ਦੀ ਸਭ ਤੋਂ ਨੀਵੀਂ ਖਾਈ, ਯਾਨੀ ਕਿ ਸੰਸਾਰ ਦਾ ਸਭ ਤੋਂ ਡੂੰਘਾ ਪੁਆਇੰਟ ਕਿਹੜਾ ਹੈ? ਅਗਰ ਨੀਚੇ ਵੱਲ ਜਾਈਏ ਤਾਂ ਸੰਸਾਰ ਦਾ ਸਭ ਤੋਂ ਡੂੰਘਾ ਪੁਆਇੰਟ ਹੈ ਮੈਰੀਨਾ ਟ੍ਰੈਂਚ ਜਾਂ ਮਰੀਨਾ ਖਾਈ, ਜਿਹੜੀ ਕਿ 10,911 ਮੀਟਰ ਡੂੰਘੀ ਹੈ। ਇਹ ਸੰਸਾਰ ਦੀ ਸਭ ਤੋਂ ਡੂੰਘਾ ਪੁਆਇੰਟ ਮੰਨਿਆ ਜਾਂਦਾ ਹੈ। ਨੈਕਸਟ ਹੈ 36 ਨੰਬਰ, ਭੂ ਰੂਪਾਂ ਨੂੰ ਕਿਹੜੇ 3 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ? ਨਾਮ ਦੱਸੋ। ਸੋ ਜਿਹੜੇ ਵੀ ਫਿਜ਼ੀਕਲ ਫੀਚਰਸ ਨੇ ਧਰਤੀ ਦੇ ਉੱਪਰ ਉਹਨਾਂ ਨੂੰ 3 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ, ਜਿਹਦੇ ਵਿੱਚ ਪਹਿਲਾ ਪਹਾੜ ਸ਼ੋਅ ਕਰਦੇ ਨੇ, ਦੂਸਰਾ ਪਠਾਰ ਤੇ ਤੀਸਰਾ ਮੈਦਾਨੀ ਇਲਾਕਾ। ਨੈਕਸਟ ਹੈ, ਏਸ਼ੀਆ ਦੀ ਸਭ ਤੋਂ ਪ੍ਰਸਿੱਧ ਪਰਬਤ ਸ਼੍ਰੇਣੀ ਦਾ ਨਾਮ। ਏਸ਼ੀਆ ਦੀ ਸਭ ਤੋਂ ਪ੍ਰਸਿੱਧ ਪਰਬਤ ਸ਼੍ਰੇਣੀ ਤਾਂ ਇਹਦੇ ਵਿੱਚ ਇੱਕੋ ਹੀ ਆਉਂਦੀ ਹੈ, ਸੋ ਇਹ ਹਿਮਾਲਿਆ ਪਰਬਤ। ਠੀਕ ਹੈ, ਜੋ ਕਿ ਜੰਗ ਮਾਊਂਟੇਨ ਨੇਗੇ, ਫੋਲਡ ਮਾਊਂਟੇਨ ਕਹਾਉਂਦੇ ਹੈਗੇ ਨੇਗੇ ਇਹ। ਨੈਕਸਟ ਹੈ, ਸੰਸਾਰ ਦੇ ਵਿੱਚ ਕੁੱਲ ਕਿੰਨੇ ਮਹਾਦੀਪ ਨੇ? ਤਾਂ ਸੰਸਾਰ ਦੇ ਵਿੱਚ ਕੁੱਲ ਮਹਾਦੀਪਾਂ ਦੀ ਸੰਖਿਆ ਹੈ 7 ਟੋਟਲ ਜਿਹੜੇ ਆ ਮਹਾਸਾਗਰ ਨੇ। ਇਹ ਕੁਐਸਚਨ ਕਾਫੀ ਵਾਰ ਰਿਪੀਟ ਹੋਇਆ ਪੀਟੈਟ ਦੇ ਵਿੱਚ। ਨੈਕਸਟ ਹੈ, ਸੰਸਾਰ ਦਾ ਸਭ ਤੋਂ ਵੱਡਾ ਮਹਾਦੀਪ ਕਿਹੜਾ ਹੈ? ਅਗਰ ਅਸੀਂ ਸੰਸਾਰ ਦੇ ਸਭ ਤੋਂ ਵੱਡੇ ਮਹਾਦੀਪ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਹੀ ਅਸੀਂ ਨਿਵਾਸ ਕਰਦੇ ਹਾਂ, ਯਾਨੀ ਕਿ ਜਿਹਦੇ ਵਿੱਚ ਸਾਡਾ ਇੰਡੀਆ ਆਉਂਦਾ ਹੈ। ਇੰਡੀਆ ਇੱਕ ਦੇਸ਼ ਹੈ, ਠੀਕ ਹੈ, ਜਿਸ ਨੂੰ ਉਪ ਮਹਾਦੀਪ ਵੀ ਕਿਹਾ ਜਾਂਦਾ ਹੈ। ਅਤੇ ਏਸ਼ੀਆ ਦੇ ਵਿੱਚ ਸਾਡਾ ਭਾਰਤ ਪੈਂਦਾ ਹੈ, ਜੋ ਕਿ ਸੰਸਾਰ ਦਾ ਸਭ ਤੋਂ ਵੱਡਾ ਮਹਾਦੀਪ ਹੈ ਅਤੇ ਸਭ ਤੋਂ ਵੱਡੀ ਜਨਸੰਖਿਆ ਵੀ ਜਿਹੜੀ ਹੈ ਉਹ ਏਸ਼ੀਆ ਮਹਾਦੀਪ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਆ। ਠੀਕ ਹੈ, ਜਿਹਦੇ ਵਿੱਚ ਚੀਨ ਅਤੇ ਭਾਰਤ ਪ੍ਰਮੁੱਖ ਯੋਗਦਾਨ ਪਾਉਂਦੇ ਹੈਗੇ ਨੇ। ਨੈਕਸਟ ਹੈ, ਸੰਸਾਰ ਦੇ ਸਭ ਤੋਂ ਛੋਟੇ ਮਹਾਦੀਪ ਦਾ ਨਾਂ। ਤਾਂ ਸੰਸਾਰ ਦਾ ਸਭ ਤੋਂ ਛੋਟਾ ਮਹਾਦੀਪ ਹੈ ਆਸਟ੍ਰੇਲੀਆ, ਜਿਹਨੂੰ ਕਿ ਆਈਲੈਂਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਯਾਨੀ ਕਿ ਦੀਪ ਦੇ ਰੂਪ ਦੇ ਵਿੱਚ ਵੀ ਜਾਣਿਆ ਜਾਂਦਾ ਹੈ। ਕਈ ਵਾਰ ਇਹ ਕੁਐਸਚਨ ਵੀ ਆਇਆ ਹੋਇਆ ਕਿ ਕਿਹੜਾ ਮਹਾਦੀਪ ਹੈ ਜਿਸ ਨੂੰ ਕਿ ਦੀਪ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਹੈ? ਉਹ ਹੈ ਆਸਟ੍ਰੇਲੀਆ। ਸਾਈਜ਼ ਛੋਟਾ ਹੈ ਅਤੇ ਚਾਰਾਂ ਤਰਫਾਂ ਤੋਂ ਜਿਹੜਾ ਹੈ ਪਾਣੀ ਦੇ ਨਾਲ ਘਿਰਿਆ ਹੋਇਆ ਹੈ। ਨੈਕਸਟ ਹੈ, ਉਸ ਮਹਾਦੀਪ ਦਾ ਨਾਮ ਦੱਸੋ ਜਿਸ ਦੇ ਵਿਚਕਾਰੋਂ ਭੂ-ਮੱਧ ਰੇਖਾ ਗੁਜ਼ਰਦੀ ਹੈ। ਭੂ-ਮੱਧ ਰੇਖਾ ਕਿਹੜੇ ਮਹਾਦੀਪ ਦੇ ਵਿਚਕਾਰੋਂ, ਕੰਟੀਨੈਂਟ ਦੇ ਵਿੱਚੋਂ ਦੀ ਗੁਜ਼ਰਦੀ ਹੈ? ਸੋ ਇਹਦਾ ਨਾਮ ਹੈ ਅਫਰੀਕਾ। ਠੀਕ ਹੈ, ਅਫਰੀਕਾ ਇੱਕ ਅਜਿਹਾ ਕੰਟੀਨੈਂਟ ਹੈ ਜਿਹਦੇ ਵਿੱਚੋਂ 3 ਰੇਖਾਵਾਂ ਗੁਜ਼ਰਦੀਆਂ ਨੇ, ਜਿਹਦੇ ਵਿੱਚ ਕਰਕ ਰੇਖਾ ਵੀ ਗੁਜ਼ਰਦੀ ਹੈ, ਟ੍ਰੋਪਿਕ ਆਫ ਕੈਪਰੀਕੌਨ ਵੀ ਕੈਂਸਰ ਵੀ ਗੁਜ਼ਰਦੀ ਹੈ, ਅਤੇ ਭੂ-ਮੱਧ ਰੇਖਾ ਵੀ। ਠੀਕ ਹੈ, ਔਰ ਤੀਸਰੀ ਜਿਹੜੀ ਹੈ ਮਕਰ ਰੇਖਾ, ਜਿਹਨੂੰ ਟ੍ਰੋਪਿਕ ਆਫ ਕੈਪਰੀਕੌਨ ਕਹਿੰਦੇ ਆ। ਇਹ 3 ਰੇਖਾਵਾਂ ਸਿਰਫ ਅਤੇ ਸਿਰਫ ਇੱਕੋ ਮਹਾਦੀਪ ਦੇ ਵਿੱਚੋਂ ਦੀ ਗੁਜ਼ਰਦੀਆਂ ਹੈ, ਜਿਸ ਦਾ ਨਾਮ ਹੈ ਅਫਰੀਕਾ। ਨੈਕਸਟ ਹੈ, ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ? ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਸਾਡੇ ਉੱਤਰ ਦੇ ਵਿੱਚ ਸਥਿਤ ਹੈ, ਜੋ ਕਿ ਰੂਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਰਸ਼ੀਆ ਕਿਹਾ ਜਾਂਦਾ ਹੈ। ਪੁਰਾਤਨ ਨਾਮ ਸੋਵੀਅਤ ਸੰਘ ਜਿਹੜਾ ਕਿਹਾ ਜਾਂਦਾ ਸੀ। ਨੈਕਸਟ ਹੈ, ਸੰਸਾਰ ਦੇ ਸਭ ਤੋਂ ਛੋਟੇ ਦੇਸ਼ ਦਾ ਨਾਮ ਹੈ ਵੈਟੀਕਨ ਸਿਟੀ। ਇਹ ਸੰਸਾਰ ਦੇ ਸਭ ਤੋਂ ਛੋਟੇ ਦੇਸ਼ਾਂ ਦੇ ਰੂਪ ਦੇ ਵਿੱਚ ਮੰਨੀ ਜਾਂਦੀ ਹੈ। ਨੈਕਸਟ ਹੈ, ਧਰਤੀ ਦੇ ਕੁੱਲ
ਕਿੰਨੇ ਮਹਾਸਾਗਰ ਹਨ, ਧਰਤੀ ਦੇ ਉੱਪਰ ਟੋਟਲ ਕਿੰਨੇ ਮਹਾਸਾਗਰ ਨੇ। ਸੋ ਧਰਤੀ ਦੇ ਉੱਪਰ ਪ੍ਰਮੁੱਖ ਤੌਰ ਦੇ ਉੱਪਰ 4 ਨੇਗੇ, ਠੀਕ ਹੈ, ਕਈ ਵਾਰ ਇਹਦੇ ਵਿੱਚ 5ਵਾਂ ਵੀ ਸ਼ਾਮਲ ਕਰ ਲਿਆ, ਬਟ ਪ੍ਰਮੁੱਖ ਜਿਹੜੇ ਉਹ 4 ਹੀ ਹੈਗੇ ਨੇ। ਸੋ 4 ਕਿਹੜੇ ਨੇਗੇ? ਸੋ ਇਹਦੇ ਵਿੱਚ ਪਹਿਲਾ ਹੈ ਸ਼ਾਂਤ ਮਹਾਸਾਗਰ ਜਾਂ ਪ੍ਰਸ਼ਾਂਤ ਮਹਾਸਾਗਰ ਵੀ ਕਹਿੰਦੇ ਨੇ, ਇੰਗਲਿਸ਼ ਦੇ ਇਸ ਵਿੱਚ ਇਸ ਨੂੰ ਪੈਸੀਫਿਕ ਓਸ਼ਨ ਕਿਹਾ ਜਾਂਦਾ ਹੈ। ਔਰ ਸ਼ਾਂਤ ਮਹਾਸਾਗਰ ਦਾ ਮਤਲਬ ਹੈ ਕਿ ਸਭ ਤੋਂ ਸ਼ਾਂਤ ਮੰਨਿਆ ਜਾਂਦਾ ਹੈ, ਇਸ ਦਾ ਪਾਣੀ ਜਿਹੜਾ ਬਹੁਤ ਘੱਟ ਜਿਹੜਾ ਸ਼ੋਰ ਕਰਦਾ ਹੈਗਾ ਗਾ। ਇਸ ਤੋਂ ਇਲਾਵਾ ਦੂਸਰਾ ਹੈ ਅਟਲਾਂਟਿਕ ਓਸ਼ਨ, ਜਿਹਨੂੰ ਅੰਧ ਮਹਾਸਾਗਰ ਕਿਹਾ ਜਾਂਦਾ ਹੈ। ਔਰ ਤੀਸਰਾ ਹੈ ਹਿੰਦ ਮਹਾਸਾਗਰ, ਇੰਡੀਅਨ ਓਸ਼ਨ, ਜਿਹੜਾ ਕਿ ਸਾਡੇ ਭਾਰਤ ਦੇ ਸਾਊਥ ਦੇ ਵਿੱਚ ਸਥਿਤ ਹੈ ਅਤੇ ਭਾਰਤ ਨੂੰ 3 ਪਾਸਿਆਂ ਤੋਂ ਘੇਰਦਾ ਹੈਗਾ ਗਾ, ਜਿਹਦੇ ਕਾਰਨ ਕਰਕੇ ਸਾਡਾ ਭਾਰਤ ਦਾ ਸਾਊਥ ਵਾਲਾ ਪਾਰਟ ਪੈਨਸੂਲਰ ਕਹਾਉਂਦਾ ਹੈ, ਕਿਉਂਕਿ 3 ਪਾਸਿਆਂ ਤੋਂ ਪਾਣੀ ਦੇ ਨਾਲ ਘਿਰਿਆ ਹੋਇਆ ਹੈ। ਚੌਥਾ ਹੈ ਆਰਕਟਿਕ ਮਹਾਸਾਗਰ, ਠੀਕ ਹੈ। ਤਾਂ 4 ਜਿਹੜੇ ਆ ਮਹਾਸਾਗਰ ਨੇਗੇ। ਤਾਂ ਸਭ ਤੋਂ ਵੱਡਾ ਹੈ ਪ੍ਰਸ਼ਾਂਤ ਮਹਾਸਾਗਰ, ਪੈਸੀਫਿਕ ਓਸ਼ਨ ਹੈ, ਅਤੇ ਸਭ ਤੋਂ ਛੋਟਾ ਹੈ ਆਰਕਟਿਕ ਮਹਾਸਾਗਰ। ਨੈਕਸਟ ਹੈ ਸੰਸਾਰ ਦਾ ਸਭ ਤੋਂ ਛੋਟਾ ਮਹਾਸਾਗਰ। ਸੋ ਆਰਕਟਿਕ ਮਹਾਸਾਗਰ ਪਹਿਲਾਂ ਹੀ ਦੱਸ ਚੁੱਕਿਆ ਹੈ, ਤੇ ਸਭ ਤੋਂ ਵੱਡਾ ਪ੍ਰਸ਼ਾਂਤ ਮਹਾਸਾਗਰ ਜਾਂ ਸ਼ਾਂਤ ਮਹਾਸਾਗਰ ਜਾਂ ਪੈਸੀਫਿਕ ਓਸ਼ਨ। ਨੈਕਸਟ ਹੈ 46 ਨੰਬਰ, ਭਾਰਤ ਦਾ ਖੇਤਰਫਲ ਪੱਖੋਂ ਸੰਸਾਰ ਦੇ ਵਿੱਚ ਕਿਹੜਾ ਸਥਾਨ ਹੈ? ਤਾਂ ਭਾਰਤ ਸੰਸਾਰ ਦੇ ਵਿੱਚ ਖੇਤਰਫਲ ਦੇ ਪੱਖੋਂ 7ਵੇਂ ਸਥਾਨ ਦੇ ਉੱਪਰ ਹੈਗਾ ਗਾ, ਅਤੇ ਜਨਸੰਖਿਆ ਦੇ ਪੱਖੋਂ ਸੰਸਾਰ ਦੇ ਵਿੱਚ ਕਿੰਨਵਾਂ ਸਥਾਨ ਹੈ ਭਾਰਤ ਦਾ? ਦੂਸਰਾ, ਕਿਉਂਕਿ ਔਰ ਪਹਿਲੇ ਸਥਾਨ 'ਤੇ ਆਉਂਦਾ ਹੈ ਚੀਨ, ਅਤੇ ਪਹਿਲੇ ਸਥਾਨ 'ਤੇ ਅਗਰ ਖੇਤਰਫਲ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੇ ਸਥਾਨ 'ਤੇ ਆਉਂਦਾ ਹੈ ਰੂਸ, ਜੋ ਕਿ ਪਹਿਲਾਂ ਆਪਾਂ ਡਿਸਕਸ ਕਰ ਲਿਆ ਹੈ। ਨੈਕਸਟ ਹੈ ਉਸ ਰੇਖਾ ਦਾ ਨਾਮ ਦੱਸੋ ਜੋ ਭਾਰਤ ਨੂੰ 2 ਬਰਾਬਰ ਭਾਗਾਂ ਦੇ ਵਿੱਚ ਵੰਡਦੀ ਹੈ। ਇੱਕ ਹੈ ਧਰਤੀ ਨੂੰ 2 ਭਾਗਾਂ ਦੇ ਵਿੱਚ ਵੰਡਦੀ, ਉਹ ਹੈ ਟ੍ਰੋਪਿਕ ਆਫ ਇਕਵੇਟਰ, ਜਿਹੜੀ ਕਿ 0 ਡਿਗਰੀ ਦੇ ਉੱਪਰ ਸਥਿਤ ਹੈ, ਠੀਕ ਹੈ। ਇੱਥੇ ਪੁੱਛਿਆ ਗਿਆ ਹੈ ਕਿ ਉਹ ਰੇਖਾ ਜਿਹੜੀ ਭਾਰਤ ਨੂੰ, ਇੰਡੀਆ ਨੂੰ 2 ਭਾਗਾਂ ਦੇ ਵਿੱਚ ਵੰਡਦੀ ਹੈ, ਉਹ ਹੈ ਕਰਕ ਰੇਖਾ, ਜਿਹੜੀ ਕਿ ਭਾਰਤ ਦੇ ਸੈਂਟਰ ਦੇ ਵਿੱਚੋਂ ਦੀ ਗੁਜ਼ਰਦੀ ਹੈ ਅਤੇ ਭਾਰਤ ਦੇ 8 ਰਾਜਾਂ ਦੇ ਵਿੱਚੋਂ ਦੀ ਨਿਕਲਦੀ ਹੈ। ਨੈਕਸਟ ਹੈ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੀ ਦੂਰੀ ਕਿੰਨੀ ਹੈ? ਸੋ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੀ ਦੂਰੀ ਹੈ 3214 ਕਿਲੋਮੀਟਰ, ਠੀਕ ਹੈ, 3214 ਕਿਲੋਮੀਟਰ। ਨੈਕਸਟ ਹੈ 50 ਨੰਬਰ, ਭਾਰਤ ਦੇ ਵਿੱਚ ਸੂਰਜ ਸਭ ਤੋਂ ਪਹਿਲਾਂ ਕਿਸ ਰਾਜ ਦੇ ਵਿੱਚ ਨਿਕਲਦਾ ਹੈ? ਭਾਰਤ ਦੇ ਵਿੱਚ ਸੂਰਜ ਸਭ ਤੋਂ ਪਹਿਲਾਂ ਕਿਸ ਰਾਜ ਦੇ ਵਿੱਚ ਨਿਕਲਦਾ ਹੈ? ਸੋ ਇਹ ਹੈ ਅਰੁਣਾਚਲ ਪ੍ਰਦੇਸ਼। ਇਹ ਕੁਐਸਚਨ ਵੀ ਕਾਫੀ ਵਾਰ ਰਿਪੀਟ ਹੋਇਆ ਹੈ, ਸੋ ਇਸ ਨੂੰ ਪਲੀਜ਼ ਯਾਦ ਰੱਖਣਾ। ਅਰੁਣਾਚਲ ਪ੍ਰਦੇਸ਼ ਅਜਿਹਾ ਰਾਜ ਹੈ ਜਿੱਥੇ ਸੂਰਜ ਸਭ ਤੋਂ ਪਹਿਲਾਂ ਨਿਕਲਦਾ ਹੈ ਭਾਰਤ ਦੇ ਵਿੱਚ, ਅਤੇ ਜਾਪਾਨ ਜਿਹੜਾ ਹੈ ਉਸ ਨੂੰ ਚੜ੍ਹਦੇ ਸੂਰਜ ਦੀ ਧਰਤੀ ਕਿਹਾ ਜਾਂਦਾ ਹੈ, ਇਹ ਵੀ ਧਿਆਨ ਰੱਖਣਾ। ਓਕੇ, ਅਰੁਣਾਚਲ ਪ੍ਰਦੇਸ਼ ਭਾਰਤ ਦਾ ਰਾਜ ਹੈ ਜਿੱਥੇ ਸਭ ਤੋਂ ਪਹਿਲਾਂ ਸੂਰਜ ਨਿਕਲਦਾ ਹੈ। ਸੋ ਇਹ ਸੀ ਸਾਡੇ ਅੱਜ ਦੇ MCQ, ਜਿਸ ਦੇ ਵਿੱਚ ਕਾਫੀ ਸਾਰੇ ਜਿਹੜੇ MCQ ਡਿਸਕਸ ਕੀਤੇ ਨੇ। ਸੋ ਉਮੀਦ ਕਰਦਾ ਕਿ ਸੈਸ਼ਨ ਸਾਰਿਆਂ ਦੇ ਲਈ ਹੈਲਪਫੁਲ ਰਿਹਾ ਹੋਊਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।